किसान लीडर साडे सत्कारयोग सरदार बलबीर सिंह राजेवाल जी नाल। सरदार बलबीर सिंह जी, आप जी नूं BBC टंट शो दे विच वेलकम कबूल करो। बहुत बहुत धन्यवाद जी। सत श्री अकाल सारिਆਂ ਨੂੰ। राजेवाल साहब, देखा जाए कि मन तुहाडा साडा सब दा दुखी है। कोई भी ऐसा व्यक्ति नहीं है जो देश विच है या विदेश विच है, ਉਹਦੀਆਂ ਅੱਖਾਂ ਉਹਦੇ ਕੰਨ ਜਿਹੜੇ ਨੇ ਉਹ ਤਤਪਰ ਨੇ ਜਾਣਨ ਨੂੰ ਕਿ ਕਦੋਂ ਇਹ ਜਿਹੜਾ ਸਮਝੌਤਾ ਹੈ, ਇਹ ਰੋਸ ਜਿਹੜਾ ਹੈ ਖਤਮ ਹੋ ਜਾਵੇਗਾ। ਤੁਸੀਂ ਜ਼ਰੂਰ ਸਹਿਮਤ ਹੋਵੋਗੇ। ਕੀ ਕਹਿਣਾ ਚਾਹੋਗੇ ਜੀ? ਆਵਾਜ਼ ਆ ਰਹੀ ਹੈ ਆਪ ਜੀ ਨੂੰ? ਹੈਲੋ ਜੀ ਜੀ, ਆਵਾਜ਼ ਆ ਰਹੀ ਮਿਲ ਰਹੀ ਹੈ? ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ, ਆਵਾਜ਼ ਮਿਲ ਰਹੀ ਤੁਹਾਨੂੰ ਆਪ ਜੀ ਨੂੰ? ਇੱਥੇ ਨੈਟ ਦੀ ਪ੍ਰੋਬਲਮ ਹੈ ਜੀ। ਸਰਕਾਰ ਨੇ ਨੈਟ ਬੰਦ ਕੀਤਾ ਇੱਥੇ, ਉਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ। ਵਿੱਚ ਕੋਈ ਮਾੜਾ ਜਿਹਾ ਵੀ ਡਿਸਟਰਬੈਂਸ ਹੁੰਦੀ ਹੈ ਜਦੋਂ ਬੰਦ ਹੋ ਜਾਂਦਾ। ਇਸ ਵੇਲੇ ਚੱਲ ਰਹੀ ਆਵਾਜ਼ ਆ ਰਹੀ ਆਪ ਜੀ ਨੂੰ? ਹਾਂ, ਹੁਣ ਆ ਰਹੀ ਹੈ ਜੀ, ਹੁਣ ਆ ਰਹੀ ਹੈ। ਅੱਛਾ ਜੀ, ਮੈਂ ਕਿਹਾ ਦੇਸ਼ ਵਿੱਚ ਨੇ ਜਾਂ ਫਿਰ ਵਿਦੇਸ਼ ਵਿੱਚ ਬੈਠੇ ਸਾਡੇ ਦਰਸ਼ਕ ਨੇ, ਭਾਰਤ ਨਾਲ ਜੁੜੇ ਹੋਏ ਨੇ, ਭਾਰਤ ਨਾਲ ਮੋਹ ਆ, ਮੁਹੱਬਤ ਹੈ, ਭਾਰਤ ਮਹਾਨ ਹੈ ਅਤੇ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਜਿਹੜਾ ਰੋਸ ਹੈ ਇਹ ਜਲਦੀ ਵਿੱਚ ਖਤਮ ਹੋਵੇ। ਔਰ ਇਹ ਕਦੋਂ ਅੜੀਕ ਦੀਆਂ ਜਿਹੜੀਆਂ ਕੜੀਆਂ ਨੇ ਖਤਮ ਹੋਣਗੀਆਂ? ਕੀ ਕਹਿਣਾ ਚਾਹੁੰਦੇ ਹੋ ਆਪ ਜੀ? ਦੇਖੋ ਜੀ, ਇੱਕ ਬਹੁਤ ਹੀ ਜਿੱਦੀ ਕਿਸਮ ਦੀ ਸਰਕਾਰ ਨਾਲ ਵਾਹ ਪਿਆ। ਮੇਜ਼ ਤੇ ਬੈਠ ਕੇ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਇਹ ਉਹਨਾਂ ਨੇ ਕਾਨੂੰਨ ਗਲਤ ਬਣਾਏ ਆ। ਹੁਣ ਗੱਲ ਇੱਥੇ ਫਸੀ ਖੜੀ ਹੈ। ਉਹ ਇਹ ਤਾਂ ਮੰਨਦੇ ਆ ਵੀ ਸਾਰਾ ਕੁਝ ਤੁਸੀਂ ਠੀਕ ਕਹਿੰਦੇ ਹੋ, ਅਨਆਫੀਸ਼ੀਅਲੀ ਮੰਨਦੇ ਆ, ਪਰ ਉਹ ਕਹਿੰਦੇ ਆ ਜੀ ਸਾਡੀ ਬੇਇੱਜ਼ਤੀ ਬੜੀ ਹੈ ਜੇ ਅਸੀਂ ਅੱਜ ਇਹਨਾਂ ਨੂੰ ਕਾਨੂੰਨਾਂ ਨੂੰ ਰਿਪੀਲ ਕਰ ਦਿੰਦੇ ਹਾਂ। ਕੋਈ ਹੋਰ ਸ਼ਬਦ ਦੱਸਦੇ ਹੋ, ਕੋਈ ਹੋਰ ਤਰੀਕਾ, ਏਦਾਂ ਦੀਆਂ ਗੱਲਾਂ ਕਰਕੇ ਲਮਕਾਈ ਤੁਰੇ ਜਾ ਰਿਹਾ ਹੈ। ਮੈਂ ਤਾਂ ਇਹ ਮਹਿਸੂਸ ਕੀਤਾ ਵੀ ਏਦਾਂ ਦੀ ਸਰਕਾਰ ਸਾਰੀ ਉਮਰ ਲੜਦੇ ਰਹੇ, ਕਦੇ ਕੋਈ ਦੇਖੀ ਨਹੀਂ ਵੀ ਜਿਹੜੀ ਗਲਤੀ ਵੀ ਮੰਨੇ ਤੇ ਫੇਰ ਵੀ ਉਹਨੂੰ ਠੀਕ ਕਰਨ ਲਈ ਤਿਆਰ ਨਾ ਹੋਵੇ। ਰਾਜੇਵਾਲ ਸਾਹਿਬ, ਹਰ ਰੋਜ਼ ਸਰਕਾਰ ਦੀ ਰੂਪਰੇਖਾ ਬਦਲ ਰਹੀ ਹੈ ਤੇ ਹਰ ਰੋਜ਼ ਮਾਹੌਲ ਜਿਹੜਾ ਤਣਾਅ ਪੂਰਨ ਹੁੰਦਾ ਜਾ ਰਿਹਾ ਹੈ ਤੇ ਤੁਹਾਡੀਆਂ ਸਾਰੀਆਂ ਜਥੇਬੰਦੀਆਂ ਵਾਰਡਾਂ ਤੇ ਡਟੀਆਂ ਹੋਈਆਂ ਨੇ ਤੇ ਹੁਣ ਸਰਕਾਰ ਦੀ ਗੱਲਬਾਤ ਕਿੱਥੇ ਖੜੀ ਹੈ ਕਿ ਉਹ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਕਿਸਾਨਾਂ ਦੇ ਹਿਸਾਬ ਨਾਲ ਸਰਕਾਰ ਨਹੀਂ ਚੱਲ ਰਹੀ, ਜਾਂ ਤੁਸੀਂ ਆਪਣੇ ਮੁਤਾਬਕ ਚਾਹੁੰਦੇ ਹੋ ਕਿ ਸਰਕਾਰ ਜਿਹੜੀ ਝੁਕੇ ਤੁਹਾਡੇ ਅੱਗੇ? ਨਹੀਂ, ਇਸ ਤਰ੍ਹਾਂ ਨਹੀਂ, ਕੋਈ ਸਾਡੀ ਕੋਈ ਜਿੱਦ ਨਹੀਂ ਹੈ। ਅਸੀਂ ਇੱਕ ਅਸੂਲ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜਾ ਇਹਨਾਂ ਨੇ ਕਾਨੂੰਨ ਬਣਾਏ ਹੈ ਇਹ ਖੇਤੀ ਨਾਲ ਸੰਬੰਧਿਤ ਨੇ। ਖੇਤੀ ਸਟੇਟ ਸਬਜੈਕਟ ਹੈ। ਔਰ ਈਵਨ ਮੈਂ ਜਿਹੜੀ ਪਿਛਲੀ ਮੀਟਿੰਗ ਸੀ ਉਹਦੇ 'ਚ ਮੈਂ 7 ਪਾਰਲੀਮੈਂਟ ਕੁਐਸਚਨ ਕੱਢ ਕੇ ਲੈ ਕੇ ਗਿਆ ਸੀ। ਇਹਨਾਂ 'ਚ ਖੇਤੀ ਮੰਤਰੀ ਨੇ ਬਾਰ-ਬਾਰ ਇਹ ਮੰਨਿਆ, ਪਾਰਲੀਮੈਂਟ ਦੇ ਵਿੱਚ ਕਿਹਾ ਵੀ ਖੇਤੀ ਮੈਂ ਮੰਨਦਾ ਐਗਰੀਕਲਚਰ ਇਜ਼ ਸਟੇਟ ਸਬਜੈਕਟ। ਦੂਜੇ ਸਵਾਲ ਦੇ ਜਵਾਬ 'ਚ ਕਿਹਾ ਐਗਰੀਕਲਚਰ ਮਾਰਕੀਟਿੰਗ ਇਜ਼ ਸਟੇਟ ਸਬਜੈਕਟ। ਤੇ ਮੈਂ ਉਹਨਾਂ ਨੂੰ ਕਿਹਾ ਜੀ ਆਹ 7 ਕੁਐਸਚਨ ਨੇ, ਮੈਂ ਤੁਹਾਨੂੰ ਇੱਕ ਇੱਕ ਕਰਕੇ ਕੋਟ ਕਰਤਾ, ਤੁਸੀਂ ਹਰ ਵਾਰੀ ਇਹ ਮੰਨਿਆ ਤੇ ਫਿਰ ਜੇ ਤੁਸੀਂ ਇਹ ਮੰਨਦੇ ਹੋ ਸਟੇਟ ਸਬਜੈਕਟ ਹੈ ਫਿਰ ਤੁਸੀਂ ਤਾਂ ਇਹਦੇ ਦਖਲ ਦੇ ਹੀ ਨਹੀਂ ਸਕਦੇ। ਕੰਸਟੀਟਿਊਸ਼ਨ ਦੀ 7th ਸ਼ਡਿਊਲ ਦੇ ਮੁਤਾਬਕ ਇਹਦਾ ਸਟੇਟ ਦਾ ਕੰਮ ਹੈ ਇਹ ਕਾਨੂੰਨ ਖੇਤੀ ਨਾਲ ਸੰਬੰਧਿਤ ਬਣਾਉਣਾ, ਤੁਸੀਂ ਇਹਦੇ 'ਚ ਦਖਲ ਕਿਉਂ ਦਿੱਤਾ? ਉਹ ਕਹਿੰਦੇ ਜੀ ਹਾਂ ਕਹਾ ਹੋਗਾ, ਏਦਾਂ ਕਹਿ ਕੇ 2 ਮਿੰਟ ਚੁੱਪ ਕੀਤੇ। मैं आ रहा हूँ, आप 10 मिनट आप भी कुछ सोच लो। हम भी सोचते उठ के किसी कमरे चला गया। 4 घंटे बाद आया। तो इस तरह सब कुछ समझते हुए भी जानबूझ के डिले कर रहे या वो कहते ने जी इत्थों तक भी कहा एक मीटिंग च भी इन्हां कानूनां च इन्नियां सोधां करा दो, इहदे विच कख भी ना रहे, पर सानू रिपील करन वास्ते ना कहो। साडा मैं उन्हां नूं कहा सानू कोई शौक नहीं, असीं कोई पोलीटिकल पार्टी तां हां नहीं, सानू ये है भी जे असीं सहे नूं नहीं रोंदे पए नूं रोंदे आ। जे तुसीं ये कानून मन लिया इन्नियां अमेंडमेंट्स करतियां तां कल नूं तुसीं 10 होर लियाओगे, तुहाडे लई राह खुल गया। तो इत्थे गल फसी हुई है। ते हुण भी उन्होंने लास्ट जिहड़ा कहा भी ये जिहड़े कानून ने इन्हां नूं असीं 1.5-2 साल वास्ते हेल्ड इन अबेयंस कर दिंदे आ ते कमेटी बना दांगे। वो कमेटी जिद्दां रिपोर्ट करू उहदे मुताबिक कर लांगे। अनऑफिशियली कहंदे ने जी इहदा होर समां वधा लो, 3 साल भी कर लो। तो हुण जिद्दां दा 26 जनवरी लंघी है उस तो बाद वो गल करन नूं तैयार नहीं। सो 26 जनवरी वाले दिन लाल किले विच जो भी होया तुहाडे सामने है और इहदे बारे विच ਵੱਖ-ਵੱਖ लोकां दी ਵੱਖ-ਵੱਖ राय पाई जा रही है। 6 फरवरी ਨੂੰ ਤੁਸੀਂ ਫਿਰ ਚੱਕਾ ਜਾਮ ਕਰਨ ਜਾ ਰਹੇ ਹੋ ਤੇ ਜੇਕਰ ਮੁੜ 26 जनवरी ਵਾਂਗ ਹਗਾਮਾ ਹੋ ਗਿਆ ਤਾਂ ਫਿਰ ਰਿਸਪੌਂਸਿਬਿਲਟੀ ਫਿਰ ਦੁਬਾਰਾ ਕਿਹਦੇ ਸਿਰ ਤੇ ਪੈ ਸਕਦੀ ਹੈ? ਇਹ ਇੱਕ ਸੋਚਣ ਵਾਲੀ ਗੱਲ ਹੈ। ਇੱਥੇ ਅਸੀਂ ਕੁਝ ਨਹੀਂ ਕਰਨਾ। ਜਿਹੜੇ ਨਾਕਿਆਂ ਤੇ ਬੈਠੇ ਨੇ, ਬਾਰਡਰ ਤੇ ਬੈਠੇ ਆ, ਇਹਨਾਂ ਨੇ ਕੁਝ ਨਹੀਂ ਕਰਨਾ। ਇਹ ਤਾਂ ਫੀਲਡ ਵਿੱਚ ਸਾਰੇ ਦੇਸ਼ ਵਿੱਚ ਅਸੀਂ ਨੈਸ਼ਨਲ ਤੇ ਸਟੇਟ ਹਾਈਵੇਜ਼ ਤੇ 3 ਘੰਟੇ ਲਈ ਅਸੀਂ ਸੰਕੇਤਕ
ਪ੍ਰੋਟੈਸਟ ਹੈ, ਚੱਕਾ ਜਾਮ ਕਰਨਾ ਹੈ। ਇੱਥੇ ਦਿੱਲੀ ਦੇ ਜਿਹੜੇ ਨਾਕਿਆਂ ਤੇ ਬੈਠੇ ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਰਾਜਪਾਲ ਸਾਹਿਬ 25 ਜਨਵਰੀ ਦੀ ਰਾਤ ਨੂੰ ਕਿਸੇ ਵੀ ਬਾਰਡਰ ਤੇ ABC ਵਟਐਵਰ ਹਾਂਜੀ ਕੁਝ ਲੋਕਾਂ ਦੇ ਵੱਲੋਂ ਹਾਂਜੀ ਹੁੱਲੜਬਾਜ਼ੀ ਕੀਤੀ ਗਈ। ਮੈਂ ਹੁੱਲੜਬਾਜ਼ੀ ਦਾ ਸ਼ਬਦ ਵਰਤਿਆ ਕਿ ਲੋਕ ਕਹਿ ਰਹੇ ਨੇ, ਲੋਕਾਂ ਦੀ ਆਵਾਜ਼ ਹੈ ਕਿ ਤੁਸੀਂ ਤਾਂ ਰੋਸ ਜਿਹੜਾ ਸੀਗਾ ਤੁਹਾਡਾ ਆਪਣਾ, ਤੁਹਾਡੇ ਸਾਥੀਆਂ ਦਾ, ਆਵਾਮ ਦਾ, ਉਹ ਸ਼ਾਂਤਮਈ ਤਰੀਕੇ ਨਾਲ ਸੀ। ਬਜ਼ੁਰਗ ਮਾਤਾਵਾਂ ਸੀ, ਛੋਟੇ ਛੋਟੇ ਬੱਚੇ ਸੀ ਅਤੇ ਨੌਜਵਾਨ ਗੱਭਰੂ ਵੀ ਸੀ। ਇਹਦੇ ਵਿੱਚ ਹੁੱਲੜਬਾਜ਼ੀ ਐਟ ਵਾਂਸ ਹੋਈ ਤਾਂ ਉਸ ਵੇਲੇ ਤੁਹਾਨੂੰ ਕੁਝ ਭਣਕ ਪੈ ਗਈ ਸੀ ਕਿ ਇਹ ਕੁਝ ਗੜਬੜ ਹੋ ਸਕਦੀ ਹੈ 26 ਜਨਵਰੀ ਪਰੇਡ ਵਾਲੇ ਦਿਨ? ਹਾਂ, ਨਹੀਂ, ਸਾਨੂੰ ਥੋੜਾ ਅੰਦਾਜ਼ਾ ਹੋ ਗਿਆ ਸੀ, ਪਰ ਉਹਦੇ ਬਾਵਜੂਦ ਅਸੀਂ 4 ਬੰਦਿਆਂ ਨੇ ਉਹਨਾਂ ਸੱਜਣਾਂ ਨੂੰ ਜਿਹੜੇ ਦੂਜੇ ਪਾਸੇ ਬੈਠੇ ਸੀ, ਲੀਡਰ ਸੀ, ਉਹਨਾਂ ਨੂੰ ਬੁਲਾ ਕੇ ਅਸੀਂ ਬੜੀਆਂ ਮਿੰਨਤਾਂ ਕੀਤੀਆਂ ਵੀ ਤੁਸੀਂ ਇਹ ਕੰਮ ਨਾ ਕਰੋ, ਇਹਦੇ 'ਚ ਵਾਇਲੈਂਸ ਆਏਗਾ, ਵਾਇਲੈਂਸ ਇਸ ਐਜੀਟੇਸ਼ਨ ਨੂੰ ਲੈ ਬੈਠੇਗਾ। ਉਹ ਕਹਿੰਦੇ ਜੀ ਸਾਡਾ ਤਾਂ ਕੋਰ ਗਰੁੱਪ ਵਿੱਚ ਫੈਸਲਾ ਹੋਇਆ, ਅਸੀਂ ਤਾਂ ਬਹੁਤ ਡਿਟੇਲ 'ਚ ਡਿਸਕਸ ਕਰਕੇ ਫਾਈਨਲ ਕੀਤਾ ਹੋਇਆ ਫੈਸਲਾ, ਅਸੀਂ ਤਾਂ ਕੱਲ ਨੂੰ ਪਰੇਡ ਜਿਹੜੀ ਹੈ ਦਿੱਲੀ ਦੇ ਵਿੱਚ ਕਰਾਂਗੇ। ਸਾਡੇ ਕਹਿਣ ਦੇ ਬਾਵਜੂਦ ਨਹੀਂ ਉਹ ਮੰਨੇ, ਚਲੇ ਗਏ। ਤੇ ਰਾਤ ਨੂੰ ਜਦੋਂ ਹੁੱਲੜਬਾਜ਼ੀ ਹੋਈ ਹੈ ਸਾਨੂੰ ਉਦੋਂ ਵੀ ਪਤਾ ਲੱਗ ਗਿਆ ਸੀ, ਪਰ ਅਸੀਂ ਅਵੋਇਡ ਕੀਤਾ ਵੀ ਕਨਫਰੰਟੇਸ਼ਨ 'ਚ ਅਸੀਂ ਬਹਿ ਕੇ ਕੀ ਲੈਣਾ, ਲੋਕੀ ਜ਼ਿਆਦਾ ਬਿਹਤਰ ਸਮਝਦੇ ਆ, ਅਸੀਂ ਉਦੋਂ ਟਲੇ ਰਹੇ। ਤੇ ਉਸ ਤੋਂ ਬਾਅਦ ਉਹ ਆਪੇ ਲੋਕਾਂ ਨੇ ਕੁਝ ਕਿਹਾ, ਉਹ ਚਲੇ ਗਏ। ਫਿਰ ਜੋ ਹੋਇਆ ਸਾਰਾ ਕੁਝ ਸਾਰੇ ਲੋਕਾਂ ਦੇ ਸਾਹਮਣੇ, ਬਹੁਤ ਵੱਡੀ ਸੈਟਬੈਕ ਲੱਗੀ ਅੰਦੋਲਨ ਨੂੰ ਜੀ। ਕਿਉਂਕਿ ਅਸੀਂ ਦੇਖਿਆ ਜਾਵੇ ਕਿ ਹਰ ਜਿਹੜਾ ਚਾਹੇ ਤਿਰੰਗਾ ਝੰਡਾ ਸਾਡਾ ਨੈਸ਼ਨਲ ਐਂਥਮ ਅਤੇ ਤਿਰੰਗਾ ਝੰਡੇ ਦੀ ਸ਼ਾਨ ਬਰਕਰਾਰ ਤੁਸੀਂ ਵੀ ਰੱਖੀ ਆ ਔਰ ਹੱਥਾਂ ਵਿੱਚ ਝੰਡੇ ਸੀਗੇ ਤੁਹਾਡੇ ਵੀ, ਤੁਸੀਂ ਵੀ ਲੋਕਾਂ ਨੂੰ ਕਿਹਾ ਕਿ ਤਿਰੰਗਾ ਝੰਡਾ ਲੈ ਕੇ ਆਓ, ਕਿਸਾਨੀ ਝੰਡਾ ਲੈ ਕੇ ਆਓ। ਜੋ ਕੋਈ ਵੀ ਕਿਸੇ ਵੀ ਧਰਮ ਦਾ ਤੁਸੀਂ ਨਿਸ਼ਾਨ ਸਾਹਿਬ ਕਿਤੇ ਵੀ ਚਲਾਉਂਦੇ ਹੋ ਤੇ ਝੂਲਦਾ ਆ, ਉਹ ਵੀ ਇੱਕ ਮਰਿਆਦਾ ਮੁਤਾਬਕ ਚਲਾਇਆ ਜਾਂਦਾ ਹੈ ਅਤੇ ਅਰਦਾਸ ਕੀਤੀ ਜਾਂਦੀ ਹੈ ਤੇ 5 ਪਿਆਰਾਂ ਦੇ ਹੋਣਾ ਵੀ ਬਹੁਤ ਜ਼ਰੂਰੀ ਹੈ। ਉਹ ਵੀ ਮਰਿਆਦਾ ਭੰਗ ਹੋਈ ਆ। ਇਸ ਨੂੰ ਵੀ ਆਪਾਂ ਜੇ ਦੇਖੀਏ ਸਿਰਫ ਜੋਸ਼ ਵਿੱਚ ਨਾ ਗੱਲ ਕਰੀਏ ਜੀ, ਹੋਸ਼ ਵਿੱਚ ਗੱਲ ਕਰੀਏ, ਤੁਸੀਂ ਇੱਕ ਸਿੱਖੀ ਰੂਪ ਦੇ ਵਿੱਚ ਹੋ, ਤੁਹਾਡੇ ਮਨ ਨੂੰ ਵੀ ਠੇਸ ਪਹੁੰਚੀ ਹੋਵੇਗੀ। ਦੇਖੋ ਜੀ, ਬਹੁਤ ਕੁਛ ਹੈ ਇਹਦੇ ਵਿੱਚ, ਧਾਰਮਿਕ ਇਸ਼ੂ ਹੈ, ਇਹਦੇ ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਹਾਂ, ਇਹ ਜ਼ਰੂਰ ਹੈ ਜਦੋਂ ਅਸੀਂ ਗਏ ਸਾਡਾ ਜਿਹੜਾ ਰੂਟ ਸੀਗਾ ਉਹ ਸੀ ਰਿੰਗ ਰੋਡ ਤੋਂ ਮੁੜ ਕੇ ਅਸੀਂ ਟਰਾਂਸਪੋਰਟ ਨਗਰ ਵੱਲ ਨੂੰ ਜਾਣਾ ਸੀ ਜੀ, ਔਰ ਪੁਲਿਸ ਦਾ ਇਹ ਰੋਲ ਸੀਗਾ ਵੀ ਉਹ ਸਾਡੇ ਜਿੱਧਰ ਨੂੰ ਅਸੀਂ ਜਾਣਾ ਸੀ ਉਸ ਪਾਸੇ ਖੜੀ ਸੀ, ਸਗੋਂ ਪ੍ਰਵੋਕ ਕਰ ਰਹੀ ਸੀ ਵੀ ਤੁਸੀਂ ਅੰਦਰ ਨੂੰ ਜਾਓ ਦਿੱਲੀ ਦੇ। ਅਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਉੱਧਰ ਬੜੇ ਦਿੱਲੀ ਦੇ ਲੋਕਾਂ ਨੇ ਗੇਟ ਬਣਾਏ ਹੋਏ ਸੀ, ਕੋਈ ਮਿਠਾਈਆਂ ਤਿਆਰ ਕਰਾਈਆਂ ਸੀ ਸਵਾਗਤ ਕਰਨ ਵਾਸਤੇ ਜਲੂਸ ਦੀ, ਤੇ ਪੁਲਿਸ ਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ, ਨਾ ਸਾਨੂੰ ਕੁਝ ਕਹਿੰਦੇ ਸੀ, ਨਾ ਉਸ ਪਾਸੇ ਨੂੰ ਸਾਨੂੰ ਮੁੜਨ ਦਿੰਦੇ ਸੀ। ਅਸੀਂ 2 ਘੰਟੇ ਉੱਥੇ ਖੜੇ ਰਹੇ, ਉਹਨਾਂ ਨੂੰ ਕਹਿੰਦੇ ਰਹੇ ਵੀ ਸਾਡਾ ਦੇਖੋ ਮਨਜ਼ੂਰਸ਼ੁਦਾ ਰੂਟ ਹੈ, ਅਸੀਂ ਇਹਦੇ ਤੇ ਜਾਣਾ ਹੈ। ਉਹ ਬਸ ਉੱਥੇ ਖੜੇ ਰਹੇ, ਸਾਨੂੰ ਰੋਕ ਕੇ ਬਲੌਕ ਕਰਕੇ। ਫਿਰ ਅਸੀਂ ਪਿੱਛੋਂ ਆ ਕੇ ਜਿਹੜੇ ਟਰੈਕਟਰ ਵਾਲੇ ਸੀ ਜਿੱਥੇ ਤੱਕ ਬਲੌਕਡ ਹੋ ਗਿਆ ਸੀ, ਉੱਥੋਂ ਉਹਨਾਂ ਨੂੰ ਕਿਹਾ ਵੀ ਭਾਈ ਅੱਗੇ ਹਾਲਾਤ ਖਰਾਬ ਹੋ ਗਏ, ਤੁਸੀਂ ਪਿੱਛੇ ਮੁੜੋ। ਉਹ ਅੱਧਾ ਘੰਟਾ ਬਾਅਦ ਅਸੀਂ ਫਿਰ ਕੋਈ 3:30 ਵਜੇ, ਅਸੀਂ 3 ਵੱਜ ਗਏ ਸੀ ਸਾਨੂੰ ਉਦੋਂ ਤਾਈਂ, 3:30 ਵਜੇ ਅਸੀਂ ਅੰਦੋਲਨ ਵਾਪਸ ਲੈ ਲਿਆ ਸੀ। ਤਾਂ ਅਸੀਂ ਫਿਰ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਟਿਕਾਣੇ ਆ ਜਾਓ। ਇਸ ਤਰ੍ਹਾਂ ਸੀ, ਸਾਰੀ ਮਿਲੀ ਭੁਗਤ ਸੀ, ਸਾਰੇ ਨਾਕਿਆਂ ਤੇ ਇਹੀ ਹਾਲ ਸੀ। ਪੁਲਿਸ ਪ੍ਰਵੋਕ ਕਰਦੀ ਸੀ ਵੀ ਤੁਸੀਂ ਉੱਧਰ ਨੂੰ ਜਾਓ। ਤੁਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਕਮਿਊਨੀਕੇਸ਼ਨ ਹੋ ਰਿਹਾ ਸੀਗਾ ਚੀਫ ਪੁਲਿਸ ਜਾਂ ਫਿਰ ਕੁਝ ਐਸੀ ਅਥਾਰਟੀ ਨਾਲ ਜਿਨ੍ਹਾਂ ਨੇ ਤੁਹਾਨੂੰ ਆਪ ਜੀ ਨੂੰ ਜਥੇਬੰਦੀ ਨੂੰ ਆਗੇ ਦਿੱਤੀ ਸੀ ਕਿ ਹਾਂ ਤੁਸੀਂ ਪਰੇਡ ਉਸ ਦਿਨ ਹੈ? ਤੁਸੀਂ ਮਹਿਸੂਸ ਕਰਦੇ ਹੋ ਕਿ ਇਸ ਪਰੇਡ ਤੋਂ ਬਾਅਦ ਤੁਸੀਂ ਸੋਚਿਆ ਕਿ ਅਸੀਂ 26 ਜਨਵਰੀ ਬਜਾਏ ਪਹਿਲਾਂ ਕਰ ਲੈਂਦੇ, ਬਾਅਦ ਕਰ ਲੈਂਦੇ? ਤੁਹਾਡੇ ਮਨ ਦੇ ਵਿੱਚ ਕਦੇ ਇਹ ਹੁਣ ਤੁਸੀਂ ਮਹਿਸੂਸ ਹੁੰਦਾ ਹੈ, ਤੁਹਾਨੂੰ ਅਹਿਸਾਸ ਹੁੰਦਾ ਆ ਕਿ ਇਹ ਸਾਡੀ ਇੱਕ ਜ਼ਿੰਦਗੀ ਦੇ ਵਿੱਚ ਜਿਹੜੀ ਇਹ ਸੋਚ, ਇਹਦੇ ਵਿੱਚ ਅਸੀਂ ਤਬਦੀਲੀ ਲੈ ਆਉਂਦੇ, ਪਹਿਲਾਂ ਕਰ ਲੈਣਾ ਚਾਹੀਦਾ ਸੀਗਾ ਜਾਂ ਬਾਅਦ ਵਿੱਚ ਕਰਦੇ, ਜਾਂ ਫਿਰ ਅਨਐਕਸਪੈਕਟਡ ਲੋਕਾਂ ਦਾ ਹਜ਼ੂਮ ਇਕੱਠ ਹੋ ਗਿਆ, ਤੁਸੀਂ ਨੇ ਨਾ ਸੋਚਿਆ ਹੋਵੇ ਸ਼ਾਇਦ? ਨਹੀਂ, ਅਸੀਂ ਬੜਾ ਸੋਚ ਸਮਝ ਕੇ ਕੀਤਾ ਸੀ ਕਿ 26 ਜਨਵਰੀ ਗਣਤੰਤਰ ਦਿਵਸ ਹੈ। ਇਹਦੇ ਚ ਗਣ ਤਾਂ ਗਾਇਬ ਕਰ ਕੀਤਾ ਹੋਇਆ ਇਹਨਾਂ ਨੇ। ਜਦੋਂ ਸਾਡਾ ਕਨਸਟੀਟਿਊਸ਼ਨ ਲਾਗੂ ਹੋਇਆ, ਪਹਿਲੇ ਸਾਲ ਟਰੈਕਟਰਾਂ ਦੀ ਪਰੇਡ ਹੋਈ ਹੈ, ਉਹ ਤੇ ਬਾਅਦ ਕਦੀ ਟਰੈਕਟਰ ਪਰੇਡ ਨਹੀਂ ਹੋਏ। ਹੌਲੀ ਹੌਲੀ ਲੋਕ, ਕਿਸਾਨ ਇਹਦੇ ਵਿੱਚੋਂ ਗਾਇਬ ਹੋ ਗਏ। ਇਹ ਇੱਕ ਏਦਾਂ ਦੀ ਸੈਰੇਮਨੀ ਬਣ ਗਈ ਵੀ ਜਿੱਥੇ ਅਫਸਰ ਬੈਠੇ ਹੁੰਦੇ ਨੇ, ਲੀਡਰ ਬੈਠੇ ਹੁੰਦੇ ਨੇ, ਲੋਕਾਂ ਦੇ ਸਕੂਲਾਂ ਦੇ ਬੱਚੇ ਦੂਜੇ ਪਾਸੇ ਬਿਠਾਏ ਹੁੰਦੇ ਨੇ, ਇੱਕ ਦੇਸ਼ ਦੀ ਤਾਕਤ ਦਾ ਮੁਜ਼ਾਹਰਾ ਕੀਤਾ ਜਾਂਦਾ ਹੈ। ਅਸੀਂ ਬੜਾ ਸਪਸ਼ਟ ਕਿਹਾ ਸੀ ਵੀ ਅਸੀਂ ਉਸ ਪਾਸੇ ਜਾਣਾ ਹੀ ਨਹੀਂ। ਅਸੀਂ ਐਸੀ ਜਿੱਥੇ ਦੀ ਸ਼ਹਿਰ ਦੀ ਆਬਾਦੀ ਸੀ, ਜਿੱਥੇ ਲੋਕ ਦੇਖ ਸਕਣ, ਉਸ ਪਾਸੇ ਨੂੰ ਅਸੀਂ ਰੂਟ ਲਏ। ਰਿੰਗ ਰੋਡ ਤੇ
ਬਿਲਕੁਲ ਨਾਲ ਟੱਚ ਕਰਕੇ ਅਸੀਂ ਰਾਈਟ ਹੈਂਡ ਸਾਈਡ ਨੂੰ ਮੁੜਨਾ ਸੀ। ਤੇ ਉਹ ਮਕਸਦ ਇਹ ਸੀ ਵੀ ਇੱਕ ਤਾਂ ਲੋਕੀ ਉਤਸ਼ਾਹਿਤ ਹੋਣਗੇ, ਇਹ ਬਿਲਕੁਲ ਸਹੀ ਮਾਨੇ ਵਿੱਚ ਲੋਕਾਂ ਦਾ ਗਣਤੰਤਰ ਮਨਾਇਆ ਜਾ ਰਿਹਾ, ਗਣਤੰਤਰ ਦਿਵਸ ਮਨਾਇਆ ਜਾ ਰਿਹਾ। ਦੂਸਰਾ ਇਹ ਵੀ ਸੀ ਵੀ ਜੇ ਉਹ ਠੀਕ ਠਾਕ ਸਿਰੇ ਚੜ੍ਹਦੀ ਟਰੈਕਟਰ ਪਰੇਡ, ਜਿੰਨੇ ਟਰੈਕਟਰ ਆਏ ਸੀ ਘੱਟੋ ਘੱਟ ਉਹਦੇ ਲਈ ਜਿੰਨਾ ਸਾਰਾ ਵਰਕਆਊਟ ਕੀਤਾ ਹੋਇਆ ਸੀ, ਪੁਲਿਸ ਵਾਲੇ ਵੀ ਮੰਨਦੇ ਸੀ ਵੀ 72 ਘੰਟੇ ਰਾਉਂਡ ਦੀ ਕਲੌਕ ਚੱਲ ਕੇ ਫਿਰ ਉਹ ਟਰੈਕਟਰ ਸਾਰਾ ਜਿਹੜੇ ਸੀ ਸਿਰੇ ਲੱਗਣਾ ਸੀ, ਔਰ ਇਹ ਦੁਨੀਆ ਦਾ ਇੱਕ ਰਿਕਾਰਡ ਕਾਇਮ ਹੋਣ ਵਾਲਾ ਸੀ। ਪਰ ਸਾਨੂੰ ਨਹੀਂ ਕਰਨ ਦਿੱਤਾ ਗਿਆ। ਪੁਲਿਸ ਰਸਤੇ 'ਚ ਹਰ ਨਾਕੇ ਤੇ ਪੁਲਿਸ ਰਸਤੇ 'ਚ ਰੋੜਾ ਬਣੀ। ਰਾਜਵਰ ਸਾਹਿਬ, 6 ਤੁਹਾਡਾ ਜਿਹੜਾ ਹੈ ਹੁਣ ਫਿਰ ਦੁਬਾਰਾ ਕਦਮ 6 ਫਰਵਰੀ ਦਾ ਆ, ਇਹ ਕਿਹੋ ਜਿਹਾ ਤੁਸੀਂ ਕਿਸ ਤਰ੍ਹਾਂ ਲਿਖਿਆ ਹੋਇਆ ਇਹਦੇ ਵਿੱਚ ਕਿਤੇ ਫਿਰ ਨਾ ਦੁਬਾਰਾ ਹਾਂਜੀ ਵੱਖ-ਵੱਖ ਦੁਨੀਆ ਵਿੱਚ ਨਜ਼ਰਾਂ ਲੋਕਾਂ ਦੇ ਟਿਕਣ ਕਿ ਇੱਕ ਵਾਰ ਫਿਰ ਇਸ ਰੋਸ ਮੁਜ਼ਾਹਰੇ ਦਾ ਨਾਂ ਅਸੀਂ ਦਿੰਦੇ ਹਾਂ ਪਰ ਉਸ ਦੇ ਵਿੱਚ ਹੰਗਾਮਾ ਹੋ ਜਾਂਦਾ ਜਦੋਂ ਵੀ ਕੋਈ ਮਾਰਚ ਕੱਢਦੇ ਹਾਂ, ਤੁਸੀਂ ਚਿੰਤਤ ਹੋ? ਨਹੀਂ, ਏਦਾਂ ਦਾ ਕੁਝ ਨਹੀਂ ਹੈ। ਇਹ ਅਸੀਂ ਪ੍ਰੋਟੈਸਟ ਹੈ 3 ਘੰਟੇ ਦਾ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਤੇ, ਉਹ ਵੀ ਸਟੇਟਾਂ ਦੇ ਵਿੱਚ ਹੋ ਜਾਣਾ। ਇੱਥੇ ਜਿਹੜੇ ਬੈਠੇ ਨੇ ਨਾਕੇ ਤੇ ਇਹਨਾਂ ਨੇ ਕੁਝ ਨਹੀਂ ਕਰਨਾ। ਇੱਥੇ ਸਾਡੀ ਕੋਈ ਕਨਫਰੰਟੇਸ਼ਨ ਦੀ ਕੋਈ ਨਾ ਸਾਡਾ ਕੋਈ ਪ੍ਰੋਗਰਾਮ ਹੈ। ਇੱਥੇ ਜਿਵੇਂ ਆਮ ਰੂਟੀਨ 'ਚ ਸਾਡੀ ਸਟੇਜ ਰੋਜ਼ ਚੱਲਦੀ ਹੈ, ਸਪੀਚਾਂ ਹੁੰਦੀਆਂ ਨੇ, ਉਹ ਰੂਟੀਨ ਚੱਲਦੀ ਰਹੂਗੀ। ਤੇ ਜਿਵੇਂ ਪੰਜਾਬ ਹੈ, ਪੰਜਾਬ ਦੀਆਂ ਸੜਕਾਂ ਤੇ ਟ੍ਰੈਫਿਕ ਜਾਮ ਕਰ ਦੇਣਗੇ ਲੋਕ, ਹਰਿਆਣੇ ਦੀਆਂ ਸੜਕਾਂ ਤੇ ਕਰ ਦੇਣਗੇ, ਯੂਪੀ 'ਚ ਸਾਰੇ ਦੇਸ਼ ਵਿੱਚ 3 ਘੰਟੇ ਲਈ ਨੈਸ਼ਨਲ ਹਾਈਵੇ ਆਪੋ ਆਪਣੇ ਥਾਂ ਹਰੇਕ ਜ਼ਿਲ੍ਹਾ ਕਿਤੇ ਨਾ ਕਿਤੇ ਟ੍ਰੈਫਿਕ ਜਾਮ ਕਰੇਗਾ। ਇਸ ਤੋਂ ਬਾਅਦ ਕੋਈ ਪ੍ਰੋਗਰਾਮ ਨਹੀਂ, ਪੀਸਫੁਲ ਰਹੇਗਾ। ਰਾਜਵਰ ਸਾਹਿਬ, ਤੁਹਾਨੂੰ ਕੋਈ ਭੈਣਕ ਪੈ ਰਹੀ ਹੈ ਕਿ ਸਾਡੇ ਜਿਹੜੀ ਭਾਰਤੀ ਸਰਕਾਰ ਹੈ ਹਾਂਜੀ ਉਹ ਵੀ ਫਾਰਸ਼ੋਰ ਸਟ੍ਰੈਸ ਵਿੱਚ ਹੈ, ਟੈਨਸ਼ਨ ਵਿੱਚ ਹੈ, ਉਹ ਵੀ ਫਿਕਰਮੰਦ ਹੈ ਕਿ ਦਿਨ ਵੱਧਦੇ ਜਾ ਰਹੇ ਨੇ ਅਤੇ ਵੱਖ-ਵੱਖ ਅਖਬਾਰਾਂ ਦੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਗੱਲਾਂ ਹੋ ਰਹੀਆਂ ਨੇ, ਕੁਛ ਮਸਲਾ ਜਿਹੜੀ ਹੋ ਰਹੀ ਹੈ ਇਹਨੂੰ ਖਤਮ ਕਰਨ ਦੇ ਵਿੱਚ ਕੋਈ ਅੱਗੇ ਸਟੈਪ ਵੱਧ ਰਿਹਾ ਤੁਹਾਡੇ ਵੱਲੋਂ ਜਾਂ ਸਰਕਾਰ ਵੱਲੋਂ, ਜਾਂ ਫਿਰ ਤੁਸੀਂ ਸਿਰਫ ਹਾਲੇ ਇੰਤਜ਼ਾਰ ਕਰ ਰਹੇ ਹੋ ਕੋਈ ਐਸਾ ਥਰਡ ਵਿਅਕਤੀ ਦੀ ਤੁਸੀਂ ਤਲਾਸ਼ ਵਿੱਚ ਹੋ ਜਾਂ ਸਰਕਾਰ ਤਲਾਸ਼ ਵਿੱਚ ਹੈ, ਕੌਣ ਆਵੇ ਜੋ ਸਮਝੌਤਾ ਕਰਾਵੇ? ਮੇਰੇ ਮੁਤਾਬਕ ਜਿਹੜੀ ਥਰਡ ਪਾਰਟੀ ਹੈ ਉਹ ਇੱਕ ਟੇਬਲ ਹੀ ਹੋ ਸਕਦੀ ਹੈ। ਕੀ ਕੱਲ ਤੁਹਾਡਾ? ਨਹੀਂ, ਇਸ ਤਰ੍ਹਾਂ ਨਹੀਂ ਕੋਈ, ਨਾ ਅਸੀਂ ਥਰਡ ਪਾਰਟੀ ਨੂੰ ਉਡੀਕ ਰਹੇ ਹਾਂ। ਇਹ ਤਾਂ ਦੇਖੋ ਪ੍ਰਧਾਨ ਮੰਤਰੀ ਨੇ ਬਿਆਨ ਦੇ ਦਿੱਤਾ ਵੀ ਇੱਕ ਕਾਲ ਦੀ ਦੂਰੀ ਤੇ ਹੈ। ਹੁਣ ਕਿਹਨੂੰ ਕਾਲ ਕਰੀਏ? ਸਾਡੇ ਮੀਟਿੰਗ ਵਿੱਚ ਲੋਕੀ ਪੁੱਛਦੇ ਆ ਵੀ ਪ੍ਰਧਾਨ ਮੰਤਰੀ ਦਾ ਨੰਬਰ ਦਿਓ, ਸਾਰੇ ਉਹਨੂੰ ਟੈਲੀਫੋਨ ਕਰਕੇ ਪੁੱਛੀਏ, ਰਿਕੁਐਸਟ ਕਰੀ ਪ੍ਰਧਾਨ ਮੰਤਰੀ ਜੀ ਤੁਹਾਨੂੰ ਦੱਸੋ ਕਦੋਂ ਆ ਕੇ ਬੈਠੀਏ ਤੁਹਾਡੇ ਕੋਲ, ਕਦੋਂ ਤੁਸੀਂ ਇਹਦਾ ਹੱਲ ਕਰਦੇ ਹੋ। ਬਸ ਉਹ ਇੱਕ ਕਹਿਣ ਵਾਲੀ ਗੱਲ ਸੀ, ਕਹਿਤੀ, ਮੁੜ ਕੇ ਉਹਦੇ ਬਾਅਦ ਕੋਈ ਤਾਲਮੇਲ ਨਹੀਂ। ਜਿਵੇਂ ਇਸ ਤੋਂ ਪਹਿਲਾਂ ਮੀਟਿੰਗਾਂ ਹੁੰਦੀਆਂ ਸੀ, ਸਾਡੇ ਨਾਲ ਪਹਿਲਾਂ ਰਾਬਤਾ ਹੁੰਦਾ ਸੀ, ਇਦਾਂ ਦਾ ਰਾਬਤਾ ਹਾਲੇ ਤੱਕ ਨਹੀਂ ਹੋਇਆ। ਤੇ ਵੇਟ ਕਰ ਰਹੇ ਹਾਂ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਆਪਣੇ ਵੱਲੋਂ ਰਸਤਾ ਬੰਦ ਨਹੀਂ ਕੀਤਾ ਗੱਲਬਾਤ ਦਾ, ਜਦੋਂ ਸਾਨੂੰ ਬੁਲਾਓਗੇ ਅਸੀਂ ਜ਼ਰੂਰ ਆਵਾਂਗੇ। ਤੇ ਫਿਰ ਕੀ ਫੈਸਲਾ ਹੁੰਦਾ? ਮੁੱਕਣਾ ਤਾਂ ਨੈਗੋਸ਼ੀਏਟਿੰਗ ਟੇਬਲ ਤੇ ਹੈ ਨਾ। ਤੇ ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ, ਕੁਛ ਨਹੀਂ। ਅਸੀਂ ਤਾਂ ਕਿਸਾਨਾਂ ਦੇ ਜਿਹੜੇ 3 ਕਾਨੂੰਨ ਖਿਲਾਫ ਬਣੇ ਇਹਨਾਂ ਦਾ, ਤੇ MSP ਦਾ ਮੁੱਦਾ, ਕੁਛ 2 ਕਾਨੂੰਨ ਹੋਰ ਨੇ ਉਹਨਾਂ ਨੇ ਆਲਰੇਡੀ ਮੰਨੇ ਹੋਏ ਨੇ। ਉਹਨਾਂ ਨੂੰ ਉਹਦੇ ਵਿੱਚ ਜਿਵੇਂ ਪਰਾਲੀ ਦਾ ਕਾਨੂੰਨ ਹੈ ਉਹਦੇ ਵਿੱਚ 1 ਕਰੋੜ ਰੁਪਇਆ ਜੁਰਮਾਨਾ ਰੱਖਿਆ। ਅਸੀਂ ਕਿ ਕਿਸਾਨ ਤਾਂ ਸਾਰੀ ਜ਼ਮੀਨ ਵੇਚ ਕੇ ਨਹੀਂ ਦੇ ਸਕਦਾ, ਉਹਦੇ ਵਿੱਚ ਫਾਰਮਰ ਨੂੰ ਬਾਹਰ ਕੱਢਿਆ ਜਾ ਰਿਹਾ, ਉਹਨਾਂ ਨੇ ਮੰਨ ਲਿਆ। ਤੋ ਇਸੇ ਤਰ੍ਹਾਂ ਇੱਕ ਬਿਜਲੀ ਦਾ ਕਾਨੂੰਨ ਹੈ, ਉਹਦੇ ਚ ਜੋ ਅਸੀਂ ਕਿਹਾ ਉਹਨਾਂ ਨੇ ਮੰਨ ਲਿਆ। ਤੇ ਆਹ ਜਿਹੜੇ 3 ਕਾਨੂੰਨਾਂ ਨੇ ਇਹਨਾਂ ਵਾਸਤੇ ਵੜੇ ਹੋਏ ਹੈ। ਦੇਖੋ ਕੀ ਹੁੰਦਾ, ਦੇਖਾਂਗੇ ਗੱਲਬਾਤ ਚ। ਇੱਕ ਕਾਲਰ ਦੀ ਮੈਨੂੰ ਹੁਣੇ ਮੈਸੇਜ ਆਇਆ, ਉਹ ਕਹਿੰਦੇ ਕਿ ਸਰਕਾਰ ਜੇ 3 ਸਾਲ ਦੇ ਵਾਸਤੇ ਨੈਕਸਟ ਇਲੈਕਸ਼ਨ ਤੱਕ ਇਹ ਪੋਸਟਪੋਨ ਹੋਲਡ ਕਰ ਲੈਂਦੀ ਆ ਇਹਨਾਂ ਕਾਨੂੰਨਾਂ ਨੂੰ, ਇਹ ਸਾਰੇ ਕੁਝ ਵੀ ਜੋ ਉਹਨਾਂ ਨੇ ਲਾਅ ਬਣਾਏ ਨੇ, ਤਾਂ ਨਵੀਂ ਜਦੋਂ ਸਰਕਾਰ ਦੁਆਰਾ ਇਲੈਕਸ਼ਨ ਹੁੰਦੀ ਹੈ ਹਿੰਦੁਸਤਾਨ ਦੇ ਵਿੱਚ, ਉਸ ਵੇਲੇ ਮੁੱਦਾ ਜਿਹੜਾ ਆ ਇਹ ਬਣਾਇਆ ਜਾਵੇ ਕਿ ਅਸੀਂ ਇਹ ਦੁਬਾਰਾ ਮੁੜ ਕੇ ਬਹਾਲ ਕਰਨੇ ਕਾਨੂੰਨ। ਤਾਂ ਇਹਨਾਂ ਕਰਕੇ ਜਿਹੜੇ ਲੋਕ ਸਹਿਮਤ ਆ ਸਾਨੂੰ ਵੋਟਾਂ ਪਾਓ, ਜਿਹੜੇ ਨਹੀਂ ਲੋਕ ਨਾ ਵੋਟ ਪਾਓ। ਜੇ ਉਦੋਂ ਤੱਕ ਸਰਕਾਰ ਇੱਕ ਐਸਾ ਫੈਸਲਾ ਲੈ ਕੇ ਤੁਹਾਡੇ ਟੇਬਲ ਤੇ ਆਉਂਦੀ ਆ ਤਾਂ ਤੁਸੀਂ ਐਗਰੀ ਕਰਦੇ ਹੋ? ਜੇ ਉਹ ਆਪਣਾ ਏਜੰਡਾ ਸਮਝਦੀ ਹੈ ਸਰਕਾਰ ਕਿ ਨੈਕਸਟ ਇਲੈਕਸ਼ਨ ਵਿੱਚ ਸਾਡਾ ਏਜੰਡਾ ਇਹੀ ਹੋਵੇਗਾ ਕਿ ਅਸੀਂ ਇਹ ਕਾਨੂੰਨ ਬਣਾਵਾਂਗੇ ਪਰ ਉਦੋਂ ਤੱਕ ਅਸੀਂ ਪੋਸਟਪੋਨ ਕਰ ਲੈਂਦੇ ਆ, ਜਾਂ ਤੁਸੀਂ ਕਹੋ ਕਿ ਉਦੋਂ ਤੱਕ ਸਰਕਾਰ ਜਿਹੜੀ ਹੈ ਇਹਨਾਂ ਕਾਨੂੰਨਾਂ ਨੂੰ ਹੋਲਡ ਕਰ ਲਵੇ ਤਾਂ ਉਸ ਏਜੰਡੇ ਤੇ ਦੁਬਾਰਾ ਸਰਕਾਰ ਇਲੈਕਸ਼ਨ ਜਿੱਤੇ, ਤਾਂ ਤੁਸੀਂ ਐਗਰੀ ਕਰਦੇ ਹੋ ਜਾਂ ਤੁਸੀਂ ਪ੍ਰਪੋਜ਼ਲ ਦੇਣ ਨੂੰ ਤਿਆਰ ਹੋ ਜਾਂ ਸਰਕਾਰ ਦੇਵੇ? ਹਾਊ ਅਬਾਊਟ ਦਿਸ? ਕੀ ਸੋਚ ਹੈ ਤੁਹਾਡੀ? ਚੰਗੀ ਸੋਚ ਹੈ। ਗੱਲ ਸਮਝੋ, ਸਟ੍ਰੈਟਜੀ ਦੇ ਤੌਰ ਤੇ ਨੈਗੋਸ਼ੀਏਸ਼ਨ ਤੇ ਅਸੂਲਾਂ ਦੇ ਅਨੁਸਾਰ ਮੇਰਾ ਇਹਦੇ ਤੇ ਅੱਜ ਹੀ ਕੁਝ ਕਹਿ ਦੇਣਾ ਇਹ ਬਿਹਤਰ ਨਹੀਂ। ਜਦੋਂ ਸਰਕਾਰ ਸੱਦੇਗੀ ਮੇਜ਼ ਤੇ ਬੈਠਾਂਗੇ,
ਉਸ ਵੇਲੇ ਦੇਖਾਂਗੇ ਸਰਕਾਰ ਸਾਨੂੰ ਕੀ ਕਹਿੰਦੀ ਹੈ, ਕੀ ਸਾਨੂੰ ਆਫਰ ਕਰਦੀ ਹੈ। ਅਸੀਂ ਫਿਰ ਸਰਕਾਰ ਨੂੰ ਉਹਦੇ ਵਿੱਚੋਂ ਕੀ ਇਹ ਨੈਗੋਸ਼ੀਏਸ਼ਨ ਹੁੰਦੀ ਹੈ। ਇਹ ਠੀਕ ਹੈ ਵੀ ਇੱਕ ਜਿੱਦ ਨਹੀਂ ਹੁੰਦੀ, ਕਿਤੇ 2 ਕਦਮ ਸਾਨੂੰ ਗਾਂਹ ਹੋਣਾ ਪੈਣਾ, ਪਿਛਾਂਹ ਹੋਣਾ ਪੈਣਾ, ਕਿਤੇ ਸਰਕਾਰ ਨੂੰ 2 ਕਦਮ ਪਿਛਾਂਹ ਹੋਣਾ ਪੈਣਾ। ਇਹ ਅੱਗੇ ਪਿੱਛੇ ਹੁੰਦਾ ਹੈ, ਪਰ ਫੈਸਲਾ ਤਾਂ ਹੀ ਹੁੰਦਾ ਹੈ। ਪਰ ਅੱਜ ਮੇਰਾ ਕੁਝ ਵੀ ਕਹਿਣਾ ਸਟ੍ਰੈਟਜੀ ਦੇ ਤੌਰ ਤੇ ਠੀਕ ਨਹੀਂ ਜੀ। ਰਾਜਵੰਤ ਸਾਹਿਬ, ਤੁਹਾਡਾ ਬੜਾ ਸਤਿਕਾਰ ਹੈ ਔਰ ਤੁਸੀਂ ਸਾਡੇ ਸਿਰ ਦੇ ਤਾਜ ਹੋ ਔਰ ਤੁਹਾਡੇ ਤੇ ਬੜਾ ਮਾਣ ਹੈ। ਤੁਸੀਂ ਖੁਦ ਆਪ ਕਿਸਾਨ ਹੋ ਅਤੇ ਕਿਸਾਨੀ ਕੀਤੀ ਹੈ। ਠੀਕ ਹੈ ਕਿ ਰੋਸ ਜਿਹੜੇ ਸਾਡੇ ਸਿਰ ਭਾਰਤ ਦੇ ਵਿੱਚ ਵਾਸੇ ਕਿਸਾਨਾਂ ਦੇ ਹੀ ਨਹੀਂ, ਮਜ਼ਦੂਰਾਂ ਦੇ ਨਹੀਂ, ਇਹ ਦੁਨੀਆ ਵਿੱਚ ਵਾਸੇ ਸਾਰੇ ਜਿਹੜੇ ਨੇ ਮਜ਼ਦੂਰ ਨੇ, ਕਿਸਾਨ ਨੇ, ਵੱਖ ਵਰਗਾਂ ਦੇ ਲੋਕ ਨੇ। ਵੱਖ-ਵੱਖ ਮੁਲਕਾਂ ਦੇ ਵਿੱਚ ਸਮੇਂ-ਸਮੇਂ ਤੇ ਉਹ ਨੀਤੀਆਂ ਸਰਕਾਰੀਆਂ ਦੇ ਜਦੋਂ ਉਹ ਸੋਚਦੇ ਨੇ ਕਿ ਸਾਡੇ ਵਾਸਤੇ ਚੰਗੀ ਨੀਤੀ ਨਹੀਂ ਹੈ, ਪਾਲਿਸੀ ਨਹੀਂ ਹੈ, ਤਾਂ ਉਹ ਲੋਕ ਮੁਜ਼ਾਹਰਾ ਕਰਦੇ ਨੇ। ਪਰ ਮੈਨੂੰ ਤੇ ਤੁਹਾਨੂੰ ਵੀ ਅਫਸੋਸ ਹੋਵੇਗਾ ਜ਼ਰੂਰ, ਜਿਹੜੀ ਬਾਹਰਲੀਆਂ ਤਾਕਤਾਂ ਸਾਡੇ ਦੇਸ਼ ਨੂੰ ਡਿਸਟਰਬ ਕਰਦੀਆਂ ਨੇ, ਉਹਨਾਂ ਵਾਸਤੇ ਤੁਹਾਡੇ ਕੁਝ ਬੋਲ ਮੈਂ ਸੁਣਨੇ ਚਾਹਾਂਗਾ। ਦੇਖੋ ਜੀ, ਅਸੀਂ ਸਾਰੀ ਉਮਰ ਜਿੰਨੇ ਅੰਦੋਲਨ ਲੜੇ ਨੇ, ਅਸੀਂ ਉਹ ਪੀਸਫੁਲੀ ਲੜੇ ਨੇ ਜੀ। ਕਿਤੇ ਵੀ ਇਹੋ ਜਿਹਾ ਕੋਈ ਮੌਕਾ ਨਹੀਂ ਆਇਆ ਜਿੱਥੇ ਕਨਫਰੰਟੇਸ਼ਨ ਹੋਈ ਹੋਵੇ ਜੀ। ਤੋ ਅੱਜ ਜੋ ਕੁਝ ਹੋਇਆ ਇਹਦਾ ਸਾਨੂੰ ਦੁੱਖ ਵੀ ਹੈ, ਔਰ ਚਾਹੇ ਜਿਨ੍ਹਾਂ ਨੇ ਕੀਤਾ ਵੀ ਕਿਸੇ ਤਰ੍ਹਾਂ ਵੀ ਕੀਤਾ, ਉਹਦੇ ਨਾਲ ਆਮ ਜਿਹੜੇ ਲੋਕੀ ਨੇ ਉਹ ਗੁੰਮਰਾਹ ਹੋ ਕੇ ਉਹਨਾਂ ਦੇ ਗੱਲਾਂ ਵਿੱਚ ਆ ਕੇ ਇਸ ਚੱਕਰ 'ਚ ਫਸ ਵੀ ਗਏ। ਅਸੀਂ ਹੁਣ ਉਹਨਾਂ ਦੇ ਸਾਰਿਆਂ ਦੇ ਕੇਸ ਰੋਜ਼, ਸਾਡੀ ਇੱਕ ਵਕੀਲਾਂ ਦੀ ਸਾਡੇ ਆਰਗੇਨਾਈਜੇਸ਼ਨ 'ਚ ਵਕੀਲ ਨੇ, ਕੁਝ ਉਹਨਾਂ ਦੀ ਇੱਕ ਟੀਮ ਬਣਾਈ ਹੈ ਜਿਹੜੀ ਰੋਜ਼ ਜਾਂਦੀ ਹੈ। ਪਰਸੋਂ ਅਸੀਂ ਉਹਨਾਂ ਨੂੰ ਭੇਜਿਆ ਵੀ ਤੁਸੀਂ ਜਾ ਕੇ ਤਿਹਾੜ ਜੇਲ੍ਹ 'ਚ ਉਹਨਾਂ ਦੀ ਮੁਲਾਕਾਤ ਕਰਕੇ ਆਓ। ਇੱਥੇ ਕੇਜਰੀਵਾਲ ਦੀ ਸਰਕਾਰ ਹੈ, ਉਹਨੂੰ ਮਿਲੇ। ਉਹਨਾਂ ਨੇ ਕਿਹਾ ਜੀ ਕੱਲ ਨੂੰ ਤੁਹਾਡੀ ਮੁਲਾਕਾਤ ਕਰਾ ਦਿੰਦੇ ਆ। ਫਿਰ ਮੁੜ ਕੇ ਉਹਨਾਂ ਦੇ ਫੋਨ ਆ ਗਿਆ ਵੀ ਜੀ ਹੋਮ ਮਿਨਿਸਟਰੀ ਨੇ, ਭਾਰਤ ਸਰਕਾਰ ਦੀ ਨੇ ਪਾਬੰਦੀ ਲਾਤੀ, ਤੁਸੀਂ ਮਿਲ ਨਹੀਂ ਸਕਦੇ, ਤੁਸੀਂ ਵਰਚੁਅਲ ਕਾਨਫਰੰਸ ਕਰ ਸਕਦੇ ਹੋ। ਉਹ ਅੱਜ ਉਹਨਾਂ ਨੂੰ ਫਿਰ ਭੇਜਿਆ ਵੀ ਤੁਸੀਂ ਜਾ ਕੇ ਆਓ। ਅਸੀਂ ਉਹ ਲਿਸਟਾਂ ਇਕੱਠੀਆਂ ਕਰ ਰਹੇ ਹਾਂ ਜਿਹੜੇ ਲਾਪਤਾ ਨੇ। ਅਸੀਂ ਇੱਕ ਸੈਂਟਰ ਬਣਾਇਆ, ਕੋਈ 120 ਵਕੀਲਾਂ ਦੀ ਟੀਮ ਹੈ ਸਾਡੇ ਕੋਲ, ਜਿਹੜੇ ਇਹ ਸਾਰੇ ਕੇਸ ਫ੍ਰੀ ਲੜਨਗੇ। ਕੁਝ ਜਿਨ੍ਹਾਂ ਦੇ ਸਾਡੇ ਕੋਲ ਵਕਾਲਤਨਾਮੇ ਆ ਗਏ, ਪੇਰੈਂਟਸ ਨੇ ਭੇਜਤੇ, ਉਹਨਾਂ ਵਿੱਚੋਂ ਕੋਈ 3, 1, 6, 1, 9 ਮੁੰਡਿਆਂ ਦੀਆਂ ਜ਼ਮਾਨਤਾਂ ਹੋ ਗਈਆਂ, ਬਾਹਰ ਆ ਗਏ ਜੇਲ੍ਹ ਤੋਂ। ਅਸੀਂ ਸਾਰਿਆਂ ਨੂੰ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਜਦੋਂ ਗੱਲਬਾਤ ਹੋਊ ਉਦੋਂ ਸਾਡੀ ਇਹ ਵੀ ਡਿਮਾਂਡ ਹੋਏਗੀ ਵੀ ਇਹਨਾਂ ਤੋਂ ਸਾਰੇ ਕੇਸ ਜਿਹੜੇ ਨੇ ਉਹ ਵਾਪਸ ਲਵੇ ਸਰਕਾਰ। ਤੋ ਅਸੀਂ ਆਪਣੇ ਵੱਲੋਂ, ਜੇ ਉਹਨਾਂ ਨੇ ਗਲਤੀ ਵੀ ਕੀਤੀ ਹੈ, ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਸਾਰੇ ਇੱਕ ਵਾਰੀ ਘਰੋਂ ਘਰੀ ਚਲੇ ਜਾਣ। ਸਾਡੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਮੈਂ ਸਮਝਦਾ ਜੇ ਲੋਕੀ ਖੁਸ਼ੀ ਘਰਾਂ ਨੂੰ ਚਲੇ ਜਾਣ, ਇਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ। ਸਾਡੇ ਵਿਸ਼ਵਾਸ ਤੇ ਲੋਕ ਇੱਥੇ ਆ ਕੇ ਬੈਠੇ ਨੇ, ਅਸੀਂ ਉਹ ਵਿਸ਼ਵਾਸ ਨੂੰ ਕਾਇਮ ਰੱਖ ਸਕੀਏ, ਉਹ ਇਹ ਤੋਂ ਜੇਤੂ ਹੋ ਕੇ ਜਾਣ, ਖੁਸ਼ੀ ਜਾਣ। ਇਹ ਸਾਡੀ ਸਫਲਤਾ ਅਸਲੀ ਇਹ ਹੋਏਗੀ। ਇਸ ਕਰਕੇ ਸਾਡੀ ਹੈ ਇਸ ਪਾਸੇ ਧਿਆਨ ਹੈ ਵੀ ਕੋਈ ਲੋਕਾਂ ਦਾ ਨੁਕਸਾਨ ਕਿਸੇ ਤਰ੍ਹਾਂ ਦਾ ਵੀ ਨਾ ਹੋਵੇ, ਔਰ ਅੰਦੋਲਨ ਦਾ ਕੋਈ ਸ਼ਾਂਤਮਈ ਤਰੀਕੇ ਨਾਲ ਹੱਲ ਨਿਕਲ ਆਵੇ। ਰਾਜਵੰਤ ਸਾਹਿਬ, ਕਿਸਾਨ ਆਪਣੀ ਜਗ੍ਹਾ ਤੇ ਠੀਕ ਨੇ, ਸਰਕਾਰ ਹੋ ਸਕਦਾ ਆਪਣੀ ਜਗ੍ਹਾ ਤੇ ਠੀਕ ਹੋਵੇ, ਤੇ ਹੁਣ ਮਸਲਾ ਹੱਲ ਕਿਵੇਂ ਹੋਊ ਜਦੋਂ ਟਕੈਤ ਸਾਹਿਬ ਨੇ ਸਾਫ਼ ਕਰ ਦਿੱਤਾ ਕਿ ਅੰਦੋਲਨ ਅਕਤੂਬਰ ਤੱਕ ਚੱਲੂਗਾ? ਚਲੋ ਉਹ ਤਾਂ ਸਪੀਚ ਕਰਦੇ ਕਈ ਗੱਲਾਂ ਹੋ ਜਾਂਦੀਆਂ ਨੇ, ਪਰ ਇਹ ਅਸਲੀਅਤ ਹੈ। ਮੈਂ ਤੁਹਾਨੂੰ ਯਕੀਨ ਕਰੋ, ਜਿੰਨੀਆਂ ਮੀਟਿੰਗਸ ਹੋਈਆਂ ਸਰਕਾਰ ਕੋਲ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਸੀ ਹੁੰਦਾ, ਔਰ ਸਰਕਾਰ ਇੰਨਾ ਝੂਠ ਬੋਲਦੀ ਹੈ। ਅਸੀਂ ਪੂਰਾ ਸਾਰੇ ਕਾਨੂੰਨ ਨੂੰ ਕਲੌਜ਼ ਬਾਈ ਕਲੌਜ਼ ਡਿਸਕਸ ਕਰਕੇ ਆਏ ਹਾਂ। ਉਹ ਲਿਖੀ ਜਾਇਆ ਕਰਨ, ਹਾਂ ਤੁਸੀਂ ਆਹ ਮੁੱਦਾ ਉਠਾਇਆ ਜੀ, ਇਹਦੇ 'ਚ ਆਹ ਅਮੈਂਡਮੈਂਟ ਜ਼ਰੂਰੀ ਹੈ, ਇਹਦੇ 'ਚ ਆਹ ਲਿਖੀ ਜਾਂਦੇ ਸੀ, ਤੇ ਫਿਰ ਕਹਿ ਦਿੰਦੇ ਸੀ ਜੀ ਕਲੌਜ਼ ਬਾਈ ਕਲੌਜ਼ ਸਾਡੇ ਨਾਲ ਬਹਿਸ ਕਰੋ। ਜਦੋਂ 3-4 ਵਾਰੀ ਏਦਾਂ ਬਹਿਸ ਹੋ ਗਈ, ਉਹਦੇ ਬਾਅਦ ਤੁਸੀਂ ਸੁਣਿਆ ਹੋਣਾ, ਅਸੀਂ ਚੁੱਪ ਕਰਕੇ ਬਹਿ ਗਏ। ਅਸੀਂ 1 ਘੰਟਾ ਚੁੱਪ ਰਹੇ, ਮੰਤਰੀ ਸਾਨੂੰ ਪ੍ਰਵੋਕ ਕਰਦੇ ਰਹੇ ਵੀ ਅਸੀਂ ਬੋਲੇ ਨਾ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸੋ ਹੁਣ ਕਰਨਾ ਕੀ ਹੈ। ਯੈਸ ਔਰ ਨੋ ਦੇ ਅਸੀਂ ਪਰਚੀਆਂ ਜਿਹੜੀਆਂ ਸੀ ਉਹ ਹੱਥ 'ਚ ਫੜ ਲਈਆਂ। ਤੋ ਸਰਕਾਰ ਬੁਰੀ ਤਰ੍ਹਾਂ ਇਹ ਗੱਲ ਤੇ ਅਸੀਂ ਹਰਾਈ ਹੈ ਵੀ ਉਹਨਾਂ ਨੇ ਕਾਨੂੰਨ ਗਲਤ ਬਣਾਏ ਨੇ, ਔਰ ਇਹ ਵੀ ਅਸਲੀਅਤ ਹੈ। ਇਹ ਕਾਨੂੰਨ ਜੇ ਇੰਪਲੀਮੈਂਟ ਹੋ ਜਾਂਦੇ ਨੇ ਤਾਂ ਸਾਡਾ ਮਾਰਕੀਟਿੰਗ ਸਿਸਟਮ ਟੋਟਲੀ ਤਬਾਹ ਹੋ ਜਾਂਦਾ ਹੈ, ਔਰ ਸਾਰਾ ਕਾਰਪੋਰੇਟ ਹਾਊਸਿਸ ਦੇ ਹੱਥਾਂ 'ਚ ਚਲਾ ਜਾਂਦਾ ਹੈ। ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ, ਜਿਹੜਾ ਐਸੈਂਸ਼ੀਅਲ ਕੋਮੋਡਿਟੀਜ਼ ਐਕਟ 1955 ਦਾ ਹੈ, ਉਹਦੇ ਵਿੱਚ ਇੰਨੀਆਂ ਸੋਧਾਂ ਕਰਤੀਆਂ, ਉਹਦੇ 'ਚ ਆਮ ਆਦਮੀ ਪਿਸ ਜਾਏਗਾ, ਕਿਸੇ ਨੂੰ ਮਹਿੰਗਾਈ ਇੰਨੀ ਵੱਧ ਜਾਏਗੀ, ਟੋਟਲ ਕੰਟਰੋਲ ਜਿਹੜਾ ਕਾਰਪੋਰੇਟ ਹਾਊਸਿਸ ਦੇ ਹੱਥ 'ਚ ਚਲਾ ਜਾਏਗਾ, ਆਮ ਆਦਮੀ ਦਾ ਜ਼ਿੰਦਗੀ ਜਿਉਣਾ ਔਖਾ ਹੋ ਜਾਏਗਾ। ਇਹ ਮੰਨ ਕੇ ਵੀ ਉਹਨਾਂ ਨੇ ਜਿੱਦੇ ਫੜੀ ਹੈ ਵੀ ਅੱਜ ਤੱਕ ਦੇਖੋ ਜੀ ਜਿੰਨੇ ਕਾਨੂੰਨ ਰਿਪੀਲ ਹੁੰਦੇ ਆ, ਕੋਈ ਲਾਗੂ ਹੋਣ ਤੋਂ 20 ਸਾਲ ਬਾਅਦ ਉਹਦੇ ਵਿੱਚ ਅਮੈਂਡਮੈਂਟ ਜਾਂ ਰਿਪੀਲ ਹੁੰਦਾ ਹੈ, ਜਾਂ
ਕਿਸੇ ਨੂੰ 50-50 ਸਾਲ ਵੀ ਲੱਗ ਜਾਂਦੇ ਨੇ ਕਾਨੂੰਨ ਨੂੰ, ਫੇਰ ਰਿਪੀਲ ਹੁੰਦਾ ਹੈ। ਅੱਜ ਅਸੀਂ ਕਾਨੂੰਨ ਬਣਾਇਆ, ਹਾਲੇ ਲਾਗੂ ਹੋਇਆ ਨਹੀਂ, ਤੇ ਹੁਣੇ ਅਸੀਂ ਰਿਪੀਲ ਕਰ ਲਈਏ ਤੇ ਸਾਡੀ ਬੇਇੱਜ਼ਤੀ ਹੈ। ਇੱਥੇ ਗੱਲ ਫਸੀ ਹੋਈ ਹੈ, ਸਰਕਾਰ ਦੀ ਈਗੋ ਪ੍ਰੋਬਲਮ ਹੈ, ਅਦਰਵਾਈਜ਼ ਕੋਈ ਨਹੀਂ। ਅਸੀਂ ਫੇਰ ਵੀ ਹੱਲ ਚਾਹੁੰਦੇ ਹਾਂ, ਅਸੀਂ ਕੋਸ਼ਿਸ਼ ਕਰਾਂਗੇ ਵੀ ਸ਼ਾਂਤਮਈ ਤਰੀਕੇ ਨਾਲ ਕੋਈ ਇਹਦਾ ਹੱਲ ਨਿਕਲ ਆਵੇ। ਰਾਜਪਾਲ ਸਾਹਿਬ, ਤੁਸੀਂ ਸਿਰ ਦੇ ਤਾਜ ਜੋ ਮੇਰੇ ਵੀ, ਮੈਨੂੰ ਭਾਵੇਂ ਕਿ 40 ਸਾਲ ਬ੍ਰੌਡਕਾਸਟ ਵਿੱਚ ਹੋ ਗਏ ਨੇ, ਅਫਸੋਸ ਹੈ ਤੁਹਾਨੂੰ ਵੀ ਬੜੀ ਸਟ੍ਰੈਸ ਹੋਣੀ ਹੈ ਕਿ ਕਿਹੜੇ ਚੈਨਲ ਨਾਲ ਅਸੀਂ ਕਦੋਂ ਗੱਲ ਕਰੀਏ ਤੇ ਕਿਹਦੇ ਨਾਲ ਨਾ ਕਰੀਏ, ਕਿਉਂਕਿ ਕੁਝ ਨਵੇਂ ਆਏ ਇਸ ਫੀਲਡ ਵਿੱਚ ਚੈਨਲ ਜਿਹੜੇ ਨੇ ਉਹ ਆਪ ਮੁਹਾਰੇ ਇਹੋ ਜਿਹੇ ਕੁਐਸਚਨ ਤੁਹਾਡੇ ਮੂੰਹ ਦੇ ਵਿੱਚ ਪਾਉਂਦੇ ਨੇ। ਕੁਐਸਚਨ ਤਾਂ ਕਰਨੇ ਹੁੰਦੇ ਨੇ ਉਹਨਾਂ ਨੇ, ਤਾਂ ਉਹ ਜਵਾਬ ਦਿੰਦੇ ਨੇ ਤੇ ਕੁਐਸਚਨ ਤੁਹਾਨੂੰ ਕਰਨੇ ਪੈਂਦੇ ਨੇ। ਮੈਂ ਕਈ ਵਾਰੀ ਤੁਹਾਨੂੰ ਟੈਲੀਵਿਜ਼ਨ ਦੇਖਿਆ ਤਾਂ ਮੈਨੂੰ ਕਈ ਵਾਰੀ ਖੁਦ ਨੂੰ ਹਾਸਾ ਵੀ ਆਉਂਦਾ, ਤਾਂ ਤੁਹਾਡੀ ਸਟ੍ਰੈਸ ਜਿਹੜੀ ਉਹ ਜ਼ਿਆਦਾ ਤੁਹਾਨੂੰ ਕ੍ਰੀਏਟ ਕਰਦੇ ਨੇ, ਕ੍ਰੀਏਟਿਵ ਨੇ ਸਟ੍ਰੈਸ ਨੂੰ ਕਰਨ ਵਾਲੇ ਲੋਕ, ਟਰੂ ਐਂਡ ਫੈਕਟ ਹੈ। ਰਾਜਪਾਲ ਸਾਹਿਬ, ਹੁਣ ਦੀ ਤਾਜ਼ਾ ਜਿਹੜੀ ਸਥਿਤੀ ਕੀ ਹੈ? ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਮੈਂ ਟਵਿਸਟ ਕਰਨਾ ਚਾਹਾਂਗਾ, ਥੋੜਾ ਜਿਹਾ ਇਹ ਸਵਾਲ ਜਿਹੜਾ ਕਿ ਬਹੁਤ ਜ਼ਰੂਰੀ ਹੈ ਤੁਹਾਡੇ ਨਾਲ ਮੇਰਾ ਕਰਨਾ, ਔਰ ਤੁਸੀਂ ਆਪ ਜੀ ਨੋ ਕਮੈਂਟ ਵੀ ਕਹਿ ਸਕਦੇ ਹੋ। ਸਵਾਲ ਇਹ ਕਿ ਦੀਪ ਸਿੱਧੂ ਤੇ ਲੱਖੇ ਸਿਧਾਣੇ ਬਾਰੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਏ ਆ, ਔਰ ਇਸ 26 ਜਨਵਰੀ ਤੋਂ ਬਾਅਦ ਤੇ 26 ਜਨਵਰੀ ਤੋਂ ਪਹਿਲਾਂ ਤੁਹਾਡੀ ਰਾਏ ਦੇ ਵਿੱਚ ਅਤੇ ਉਸ ਤੋਂ ਬਾਅਦ ਕੁਝ ਲੋਕਾਂ ਦੇ ਕਹਿਣ ਮੁਤਾਬਕ ਸਟੇਜਾਂ ਦੇ ਉੱਪਰ ਕੁਝ ਹੋਰ ਵਿਚਾਰ ਸੁਣਨ ਨੂੰ ਮਿਲੇ। ਆਪ ਜੀ ਦਾ ਕੀ ਕਹਿਣਾ ਹੈ? ਦੇਖੋ ਜੀ, ਮੈਂ ਦੋਨਾਂ ਨੂੰ ਸਮਝਦਾ, ਮੇਰੇ ਬੱਚਿਆਂ ਵਰਗੇ ਨੇ, ਮੇਰੇ ਬੇਟੇ ਤੋਂ ਛੋਟੇ ਨੇ ਉਮਰ 'ਚ। ਲੱਖਾ ਸਿਧਾਣਾ ਤਾਂ ਕਈ ਵਾਰੀ, ਬਹੁਤ ਵਾਰੀ ਆ ਕੇ ਮੇਰੇ ਕੋਲ ਬੈਠ ਕੇ ਮੇਰੇ ਕੋਲ ਸਮਝ ਕੇ ਜਾਂਦਾ ਸੀ, ਅੰਕਲ ਇਹ ਹੈ ਕੀ ਕਹਾਣੀ, ਇਹ ਐਕਟ ਦੇ ਵਿੱਚ ਕੀ ਹੈ। ਦੀਪ ਸਿੱਧੂ ਨਾਲ ਮੈਂ ਕਦੇ ਫੇਸ ਟੂ ਫੇਸ ਬੈਠਿਆ ਨਹੀਂ, ਤੋ ਜਿਹਦੇ ਨਾਲ ਬੈਠੇ ਨੇ ਉਹਦੇ ਨਾਲ ਮੇਰਾ ਕੀ ਝਗੜਾ, ਮੇਰਾ ਕੋਈ ਝਗੜਾ ਨਹੀਂ। ਤੇ ਇਹ ਐਪੀਸੋਡ ਲੰਘ ਗਿਆ, ਇਹ ਹੁਣ ਬੀਤੇ ਦੀ ਗੱਲ ਹੈ, ਸਾਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ। ਹੁਣ ਅਸੀਂ ਤਾਂ ਭੁੱਲ ਗਏ। ਅਸੀਂ ਤਾਂ ਜਿਹੜੇ ਇਸ ਐਪੀਸੋਡ 'ਚ ਫਸੇ ਹੈ ਉਹਨਾਂ ਨੂੰ ਛਡਾਉਣ ਵਾਸਤੇ ਅਸੀਂ ਇੱਕ ਅਲੱਗ ਵਕੀਲਾਂ ਦੀ ਟੀਮ ਵੀ ਬਣਾਤੀ। ਸਾਡੀ ਕੋਸ਼ਿਸ਼ ਇਹ ਹੈ ਵੀ ਚਲੋ ਜੋ ਵੀ ਹੋ ਗਿਆ, ਅਸੀਂ ਹੁਣ ਸਾਰਿਆਂ ਨੂੰ ਛਡਾਉਣ ਦਾ ਕੰਮ ਕਰਨਾ ਹੈ। ਤੋ ਮੈਂ ਉਹਨਾਂ ਦੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਦੋਨੋਂ ਆਪੋ ਉਹਨਾਂ ਦੀ ਆਪਣੀ ਪਾਲਿਸੀ ਹੋਏਗੀ, ਪਤਾ ਨਹੀਂ ਕਿਸ ਤਰ੍ਹਾਂ ਠੀਕ ਲੱਗਦਾ ਹੋਊਗਾ। ਹਾਂ, ਸਾਨੂੰ ਇੱਕ ਜ਼ਰੂਰ ਸੱਟ ਵੱਜੀ ਹੈ ਵੀ ਅੰਦੋਲਨ ਪੀਕ ਤੇ ਗਿਆ ਸੀ, ਇਸ ਘਟਨਾ ਦੇ ਨਾਲ ਇਹਨੂੰ ਏਡੀ ਵੱਡੀ ਸੱਟ ਲੱਗੀ ਵੀ ਇੱਕ ਵਾਰੀ ਥੱਲੇ ਆ ਗਿਆ ਤਾਂ ਹੁਣ ਦੁਬਾਰਾ ਫੇਰ ਲੋਕੀ ਤੁਰ ਪਏ ਉਹਦੇ ਨਾਲ, ਫੇਰ ਪੀਕ ਤੇ ਜਾ ਰਿਹਾ ਹੈ। ਪਰ ਕਿਹੜਾ ਕੀ ਕਰਦਾ ਹੈ ਉਹਦੇ ਬਾਰੇ ਮੇਰਾ ਕੁਝ ਕਹਿਣਾ ਬਣਦਾ ਨਹੀਂ। ਅਸੀਂ ਪਹਿਲਾਂ ਆਪਣਾ ਘਰ ਠੀਕ ਕਰੀਦਾ, ਕਿਸੇ ਦੇ ਉੱਤੇ ਕਿੰਤੂ ਪਰੰਤੂ ਕਰਨਾ ਮੈਂ ਬਿਹਤਰ ਨਹੀਂ ਸਮਝਦਾ। ਰਾਜਪਾਲ ਸਾਹਿਬ, ਅੱਜ 4 ਫਰਵਰੀ ਹੈ ਅਤੇ 2 ਦਿਨ ਬਾਕੀ ਨੇ। 6 ਫਰਵਰੀ ਨੂੰ ਫਿਰ ਦੁਬਾਰਾ ਕਾਲ ਦਿੱਤੀ ਗਈ ਹੈ। ਇਹ ਸਾਰੇ ਹਿੰਦੁਸਤਾਨ ਦੇ ਜਿਹੜੇ ਮੇਨ ਮਾਰਗ ਨੇ ਉਹਨਾਂ ਉੱਪਰ 3 ਘੰਟੇ ਦਾ ਪ੍ਰੋਟੈਸਟ ਜਿਹੜਾ ਹੈ, ਔਰ ਇਹ ਤੁਸੀਂ ਫਿਰ ਦੁਬਾਰਾ ਸੋਚ ਵਿਚਾਰ ਕੀਤਾ ਹੋਵੇਗਾ ਕਿਤੇ ਫਿਰ ਨਾ ਐਸੀ ਕੋਈ ਖਬਰ ਜਿਹੜੀ ਵੱਖ-ਵੱਖ ਅਖਬਾਰਾਂ ਨੂੰ, ਟੈਲੀਵਿਜ਼ਨਾਂ ਨੂੰ ਮਿਲੀ, ਜਿਹਦੇ ਵਿੱਚ ਫਿਰ ਦੁਬਾਰਾ ਤੁਹਾਡਾ ਅੰਦੋਲਨ ਆ ਉਸ ਨੂੰ ਡਾਊਨਫਾਲ ਮਿਲ ਜਾਵੇ। ਮੇਕ ਸ਼ੋਰ ਕਿ ਭਾਰਤ ਦੀ ਸ਼ਾਂਤੀ ਦੇ ਵਾਸਤੇ ਵੀ ਤੁਸੀਂ ਯਤਨਸ਼ੀਲ ਰਹਿਣ ਦੀ ਕੋਸ਼ਿਸ਼ ਕਰਨਾ। ਮੇਰੀ ਤੁਹਾਨੂੰ ਇਹ ਐਡਵਾਈਸ ਨਹੀਂ ਹੈ, ਮੇਰੀ ਇੱਕ ਬੇਨਤੀ ਹੈ, ਕਿਉਂਕਿ ਮੈਂ ਪ੍ਰੋ ਇੰਡੀਅਨ ਵਿਅਕਤੀ ਹਾਂ। ਇੱਕ ਗੱਲ ਸਮਝੋ, ਅਸੀਂ ਬੜੀਆਂ ਕਲੀਅਰ ਇੰਸਟਰਕਸ਼ਨਸ ਦਿੱਤੀਆਂ, ਕਿਤੇ ਕੋਈ ਕਨਫਰੰਟੇਸ਼ਨ ਨਹੀਂ ਲੈਣੀ। ਔਰ ਤੁਸੀਂ ਇਸ ਗੱਲ ਤੋਂ ਤੁਹਾਨੂੰ ਬੜੀ ਸੈਟਿਸਫੈਕਸ਼ਨ ਮਿਲੂ ਕਿਉਂਕਿ ਤੁਸੀਂ ਇੰਡੀਅਨ ਹੋ। 713 ਦੇਸ਼ ਨੇ, 713 ਜ਼ਿਲ੍ਹੇ ਨੇ ਇਸ ਦੇਸ਼ ਦੇ। 700 ਜ਼ਿਲ੍ਹਿਆਂ ਵਿੱਚ ਇਹ ਅੰਦੋਲਨ ਫੈਲ ਗਿਆ, 13 ਜ਼ਿਲ੍ਹੇ ਬਚੇ ਨੇ। ਔਰ ਹੋਏਗਾ ਸਾਰੇ ਹੋਏਗਾ, ਕਿਤੇ ਕਨਫਰੰਟੇਸ਼ਨ ਨਹੀਂ ਹੋਏਗੀ। ਸਾਰੇ ਦੇਸ਼ ਵਿੱਚ 3 ਘੰਟੇ ਲਈ ਅਸੀਂ ਨਾਲ ਮਾਫੀ ਮੰਗ ਲਈ, ਜਿਹੜੇ ਲੋਕਾਂ ਨੂੰ ਕਸ਼ਟ ਹੋਏਗਾ ਉਹਦੀ ਇਨ ਐਡਵਾਂਸ ਮਾਫੀ ਮੰਗ ਲਈ ਵੀ ਸਾਨੂੰ ਸਹਿਯੋਗ ਦਿਓ। 3 ਘੰਟੇ ਦੇ ਬਾਅਦ ਫਿਰ ਉਸੇ ਤਰ੍ਹਾਂ ਸਾਰੇ ਦੇਸ਼ ਚੱਲਣਗੇ ਲੋਕੀ, ਫਿਰ ਕੋਈ ਕਿਸੇ ਨੂੰ ਦਿੱਕਤ ਨਹੀਂ ਹੋਏਗੀ। ਸਰਕਾਰ ਤੇ ਕਿਸ ਤਰ੍ਹਾਂ ਤੁਸੀਂ ਕਿਸੇ ਚੈਨਲ ਰਾਹੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਬਿਫੋਰ ਕਾਲ ਦਿਨ ਤੋਂ ਪਹਿਲਾਂ ਕਿ ਅਸੀਂ 6 ਫਰਵਰੀ ਨੂੰ ਫਿਰ ਦੁਬਾਰਾ ਪ੍ਰੋਟੈਸਟ ਕਰ ਰਹੇ ਹਾਂ ਔਰ ਤੁਸੀਂ ਸਾਡੇ ਨਾਲ ਬੈਠਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਬਿਨਾਂ ਕਿਸੇ ਚੈਨਲ ਅਪਣਾਏ ਇਹ ਆਪਣਾ ਤੁਹਾਡਾ ਫੈਸਲਾ ਹੈ ਕਿਸਾਨ ਜਥੇਬੰਦੀਆਂ ਦਾ? ਨਹੀਂ, ਉੱਚ ਅਧਿਕਾਰੀਆਂ ਨੇ ਇਹਦੇ ਬਾਰੇ ਪੁੱਛਿਆ ਮੇਰੇ ਕੋਲੋਂ ਫੋਨ ਕਰਕੇ ਵੀ ਤੁਹਾਡਾ ਜਿਹੜੇ ਨਾਕਿਆਂ ਤੇ ਬੈਠੇ ਨੇ ਦਿੱਲੀ ਦੇ ਬਾਰਡਰਸ ਤੇ, ਉਹਨਾਂ ਦਾ ਕੀ ਪ੍ਰੋਗਰਾਮ ਹੈ। ਉਹਨਾਂ ਨੂੰ ਦੱਸਤਾ ਵੀ ਅਸੀਂ ਕੋਈ ਛੁਪ ਕੇ ਕੋਈ ਗੱਲ ਨਹੀਂ ਕਰਦੇ, ਜੋ ਕਰਾਂਗੇ ਅਸੀਂ ਬਾਕਾਇਦਾ ਡਿਕਲੇਅਰ ਕਰਕੇ ਕਰਾਂਗੇ। ਜਿਹੜੇ ਬਾਰਡਰਸ ਤੇ ਬੈਠੇ ਨੇ ਇਹਨਾਂ ਨੇ ਕੁਝ ਨਹੀਂ ਕਰਨਾ, ਇਹ ਪੀਸਫੁਲ ਜਿੱਦਾਂ ਸਾਡਾ ਰੂਟੀਨ 'ਚ ਸਾਡੀਆਂ ਸਟੇਜਾਂ ਚੱਲਦੀਆਂ ਉਹੀ ਚੱਲਣਗੀਆਂ। ਇਹਨਾਂ ਨੇ ਕਿਤੇ ਮੂਵ ਨਹੀਂ ਹੋਣਾ, ਆਪੋ ਆਪਣੇ ਥਾਂ ਬੈਠੇ ਨੇ। ਹਾਂ, ਬਾਕੀ ਸਾਰੇ ਦੇਸ਼ ਵਿੱਚ ਇਹਨਾਂ ਤੋਂ ਦੂਰ ਹਟ ਕੇ ਉਹ 3 ਘੰਟੇ ਲਈ ਅਸੀਂ ਟ੍ਰੈਫਿਕ ਜਾਮ ਕਰਨਾ ਹੈ, ਉਹ ਵੀ ਇਸ ਲਈ ਵੀ ਸਰਕਾਰ ਦਾ ਰਵੱਈਆ ਅੜੀਅਲ ਹੈ। ਰਾਜਪਾਲ ਸਾਹਿਬ, ਹੁਣ ਦੀ ਤਾਜ਼ਾ ਸਥਿਤੀ ਕੀ ਹੈ ਬਾਰਡਰਾਂ ਦੀ,
ਔਰ ਕੁਝ ਬਾਰਡਰਾਂ ਵਾਲਾ ਜਿਹੜਾ ਮਾਹੌਲ ਹੈ, ਕ੍ਰਾਸਿੰਗ ਰਸਤੇ ਵਿੱਚ ਬੰਦ ਕਰ ਦਿੱਤੇ ਨੇ। ਦੇਖਿਆ ਜਾਵੇ ਇੱਕ ਸੜਕਾਂ ਤੇ ਜਿਹੜੇ ਲੋਹੇ ਦੇ ਕੰਡੇ ਅਕਸਰ ਅਖਬਾਰਾਂ 'ਚ ਦੇਖਣ ਨੂੰ ਮਿਲਦੇ ਨੇ, ਤੁਸੀਂ ਖੁਦ ਆਪ ਵੀ ਵੇਖੇ ਹੋਣਗੇ। ਇਹ ਪੁੱਟ ਦਿੱਤੇ ਆ ਜਾਂ ਫਿਰ ਪੱਟ ਦਿੱਤੇ ਆ? ਨਹੀਂ, ਉਹ ਇੱਕ ਜਿਹੜਾ ਹੈਗਾ ਗਾਜ਼ੀਪੁਰ ਬਾਰਡਰ, ਉੱਥੋਂ ਥੋੜੇ ਜਿਹੇ ਪੱਟੇ ਆ, ਬਾਕੀ ਹਾਲੇ ਉਸੇ ਤਰ੍ਹਾਂ ਨੇ। ਤੇ ਸਾਨੂੰ ਤਾਂ ਅਫਸੋਸ ਹੈ। ਦੇਖੋ, ਮੇਰਾ ਇਸ ਅੰਦੋਲਨ ਦੀ ਗੱਲ ਜਿਹੜੀ ਹੈ, ਸਰਕਾਰ ਨੂੰ ਪਤਾ ਨਹੀਂ ਕੀ ਹੋਇਆ, ਹਿਊਮਨ ਰਾਈਟਸ ਵਾਇਲੇਸ਼ਨ ਵੀ ਬਹੁਤ ਹੋ ਰਹੀ ਹੈ। ਸਾਡਾ ਇੱਥੋਂ ਪਾਣੀ ਬੰਦ ਕੀਤਾ ਹੋਇਆ, ਦਿੱਲੀੋਂ ਜਲ ਬੋਰਡ ਤੋਂ ਪਾਣੀ ਜਾਂਦਾ ਸੀ, ਹੁਣ ਜਦੋਂ ਰਸਤੇ ਹੀ ਬਲੌਕ ਹੋ ਗਿਆ ਉੱਥੋਂ ਪਾਣੀ ਨਹੀਂ ਆਉਂਦਾ। ਸਾਡਾ ਨੈਟ ਇੱਥੇ ਬੰਦ ਕੀਤਾ, ਅਸੀਂ ਉਹਨਾਂ ਨੂੰ ਕਿਹਾ ਵੀ ਇਹ ਨਾ ਕਰੋ। ਸਾਡਾ ਬਿਜਲੀ ਬੰਦ ਕਰ ਦਿੰਦੇ ਸੀ ਰਾਤ ਨੂੰ, ਉਹ ਅਸੀਂ ਉੱਥੇ ਪਹਿਰਾ ਲਾ ਕੇ ਜਿੱਥੋਂ ਕੱਟਦੇ ਸੀ ਉੱਥੇ ਅਸੀਂ ਆਪਣੇ ਵਰਕਰ ਲਾਏ ਹੋਏ, ਵਲੰਟੀਅਰ ਲਾਏ ਹੋਏ ਆ, ਬਿਜਲੀ ਬੋਰਡ ਦੇ EMPLOYEES, ਹੁਣ ਉੱਥੇ ਨਹੀਂ ਕੱਟ ਕੇ ਜਾਂਦੇ, 2 ਦਿਨ ਹੋ ਗਏ। ਤੋ ਇਸ ਤਰ੍ਹਾਂ ਦੇ ਕੰਮ ਜਿਹੜੀਆਂ ਸਾਡੀਆਂ ਰੋਜ਼ ਜਿਹੜੇ ਸਾਡੀਆਂ ਲੈਟਰਿਨਸ ਨੇ, ਉਹਨਾਂ ਲਈ ਪਾਣੀ ਨਹੀਂ ਸਪਲਾਈ ਹੁੰਦਾ, ਤੋ ਅਸੀਂ ਆਪਣੇ ਤੌਰ ਤੇ ਅਰੇਂਜ ਕਰਦੇ ਹਾਂ। ਇਹ ਸਰਕਾਰ ਵੱਲੋਂ ਜਿਹੜੀ ਉਹਦੀ ਡਿਊਟੀ ਬਣਦੀ ਹੈ, ਲੋਕੀ ਇੱਥੇ ਸੜਕ ਦੇ ਉੱਤੇ ਬੈਠੇ ਨੇ, ਉਹ ਸਰਕਾਰ ਸਗੋਂ ਰੋੜੇ ਅਟਕਾ ਰਹੀ ਹੈ। ਅਸੀਂ ਇਸੇ ਗੱਲ ਦਾ ਪ੍ਰੋਟੈਸਟ ਹੈ ਵੀ ਸੁਪਰੀਮ ਕੋਰਟ ਨੇ ਕਹਿਤਾ ਵੀ ਪੀਸਫੁਲ ਪ੍ਰੋਟੈਸਟ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ। ਸਰਕਾਰ ਜੇ ਅਸੀਂ ਪੀਸਫੁਲ ਹਾਂ, ਸਾਡੇ ਤੇ ਪੁਲਿਸ ਫੋਰਸ ਜਾਂ ਕਿਸੇ ਤਰ੍ਹਾਂ ਦੀ ਫੋਰਸ ਇਸਤੇਮਾਲ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਆਰਡਰ ਕੀਤੇ, ਸਾਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੈ, ਅਸੀਂ ਵਾਇਲੈਂਟ ਹੋਣਾ ਨਹੀਂ। ਇਸ ਕਰਕੇ ਕੋਈ ਲੜਾਈ ਕਲੇਸ਼, ਕੋਈ ਝਗੜੇ ਹੋਣ ਦੀ ਸੰਭਾਵਨਾ ਨਹੀਂ। ਬੇਸ਼ੱਕ ਉਹਨਾਂ ਨੇ ਸਾਡੀਆਂ ਜਿਹੜੀਆਂ ਸਹੂਲਤਾਂ ਖੋਲੀਆਂ ਨੇ, ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਹੱਲ ਕਰਨ ਦੀ। ਨੰਬਰ ਸਭ ਕਾਲ ਆ ਰਹੇ ਨੇ, ਪਰ ਕਈ ਵਾਰੀ ਸਾਡੇ ਕੁਝ ਕਾਲਰਸ ਫਿਲਮ ਸਟਾਕ ਕਰਦੇ ਨੇ, ਔਰ ਜਿਹਨਾਂ ਸਾਡੇ ਸਟੇਸ਼ਨ ਤੇ ਰੂਮ ਨਹੀਂ ਹੈ, ਤੇ ਮੈਂ ਚਾਹੁੰਦਾ ਮੇਰੇ ਸਤਿਕਾਰਯੋਗ ਗੈਸਟ ਜਿਹੜੇ ਨੇ ਉਹਨਾਂ ਨਾਲ ਕੁਝ ਇਹੋ ਜਿਹੀ ਗੱਲਬਾਤ ਕਰਨ। ਸੋ ਮੈਨੂੰ ਪਤਾ ਕਿ ਤੁਸੀਂ ਬੜੇ ਕਾਫੀ ਟਾਇਰਡ ਹੋ। ਜਾਣ ਤੋਂ ਪਹਿਲਾਂ ਮੈਂ ਸਮੁੱਚੇ ਭਾਈਚਾਰੇ ਵੱਲੋਂ ਦੁਨੀਆ 'ਚ ਵਸਦੇ ਦੇਸ਼ ਵਿੱਚ ਮੈਨੂੰ ਦੇਖ ਰਹੇ ਨੇ, ਰਾਜਵਰ ਸਾਹਿਬ, ਮੇਰੀ ਬੇਨਤੀ ਆ ਕਿ ਮੈਂ ਇੱਕ ਅਰਦਾਸ ਕਰਾਂਗਾ ਔਰ ਇੱਕ ਮੈਂ ਅਰਜ਼ੋਈ ਕਰਾਂਗਾ, ਇੱਕ ਸਿਰ ਝੁਕਾ ਕੇ ਬੇਨਤੀ ਕਰਾਂਗਾ ਸਭ ਲੋਕਾਂ ਅੱਗੇ, ਸਭ ਦੁਨੀਆ ਅੱਗੇ, ਕਿ ਆਓ ਆਪਾਂ ਐਸੀ ਕੋਈ ਸਾਡੀ ਮਾਂ, ਕੋਈ ਭੈਣ ਭਰਾ ਅਰਦਾਸ ਕਰੇ ਕਿ ਆਉਣ ਵਾਲਾ ਦਿਨ ਬਹੁਤ ਜਲਦੀ ਇੱਕ ਟੇਬਲ ਤੇ ਬੈਠ ਕੇ ਤੁਹਾਡਾ ਸਮਝੌਤਾ ਹੋਵੇ, ਤਾਂ ਕਿ ਦੇਸ਼ ਸਾਡਾ ਉੱਨਤੀ ਵੱਲ ਨੂੰ ਹੋਰ ਕਦਮ ਕਰੇ ਅਤੇ ਦੇਸ਼ ਵਿੱਚ ਵਸਦੇ ਲੋਕ ਜਿਹੜੇ ਨੇ ਉਹ ਆਪਣੀ ਖੁਸ਼ੀ ਦੇ ਨਾਲ ਘਰੋਂ ਘਰੀ ਪਰਤਣ ਅਤੇ ਜ਼ਿੰਦਗੀ ਦੀ ਸ਼ੁਰੂਆਤ ਦੁਬਾਰਾ ਫਿਰ ਜਿਹੜੀ ਹੈ ਖੁਸ਼ੀ ਨਾਲ ਕਰ ਸਕਣ। ਅਸੀਂ ਦੁਆ ਕਰਦੇ ਹਾਂ, ਇਸ ਦੁਆ ਦੇ ਵਿੱਚ ਤੁਹਾਡੀ ਜ਼ਿੰਦਗੀ ਦੀ ਲੰਬੀ ਸਭ ਦੀ ਅਰਦਾਸ ਕਰਦੇ ਹਾਂ, ਆਪਣੇ ਦੇਸ਼ ਦੀ ਉੱਨਤੀ ਦੀ ਅਰਦਾਸ ਕਰਦੇ ਹਾਂ ਅਤੇ ਤੁਹਾਡੇ ਸਭ ਦੀ ਕਿਸਾਨ ਜਥੇਬੰਦੀਆਂ ਦੀ ਮੈਂ ਅਰਦਾਸ ਕਰਦਾ ਹੋਇਆ ਆਪ ਜੀ ਤੋਂ ਅੱਗੇ ਲੈਣ ਤੋਂ ਪਹਿਲਾਂ ਤੁਹਾਡੇ ਆਪ ਜੀ ਦੇ ਕੁਝ ਬੋਲ ਸਾਡੇ ਦੇਖਣ ਵਾਲੇ ਦਰਸ਼ਕਾਂ ਵਾਸਤੇ ਆਪ ਜੀ ਦਾ NRI ਲਈ ਕੀ ਸੰਦੇਸ਼, ਕੀ ਆ ਸ਼ੁਭ ਸੰਦੇਸ਼, ਕੀ ਹੈ ਤੁਸੀਂ ਦੇਣਾ ਚਾਹੁੰਦੇ? ਦੇਖੋ ਜੀ, ਮੈਂ ਜਿਹੜੇ ਬਾਹਰ ਬੈਠੇ, ਸਾਰੀ ਦੁਨੀਆ 'ਚ ਬੈਠੇ ਸਾਡੇ ਭਾਈਚਾਰਾ ਹੈ, ਉਹਨਾਂ ਦੀ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ। ਜਿੰਨਾ ਤੁਸੀਂ ਪਿਆਰ ਦਿਖਾਇਆ, ਜਿੰਨਾ ਤੁਸੀਂ ਸਾਡਾ ਖਿਆਲ ਰੱਖਿਆ, ਜਿਵੇਂ ਤੁਸੀਂ ਸਾਨੂੰ ਹੱਲਾਸ਼ੇਰੀ ਦਿੰਦੇ ਰਹੇ, ਤੁਹਾਡਾ ਜਿਹੜਾ ਬਿਹੇਵੀਅਰ ਸੀ ਹੈ ਸਾਰੇ ਸਮੇਂ ਦੇ ਵਿੱਚ, ਇਹਦੀ ਸਿਫਤ ਕਰਨ ਵਾਸਤੇ ਮੇਰੇ ਕੋਲ ਸ਼ਬਦ ਨਹੀਂ। ਮੈਂ ਕਰਜ਼ਾਈ ਹਾਂ ਆਪਣੇ ਭਰਾਵਾਂ ਦਾ ਜਿਹੜੇ ਬਾਹਰ ਬੈਠੇ ਨੇ, ਉਹਨਾਂ ਨੇ ਹੌਸਲਾ ਵੀ ਦਿੱਤਾ, ਸਾਡੇ ਨਾਲ ਵੀ ਖੜੇ, ਪਿੱਛੇ ਆਪਣੇ ਭਾਈਚਾਰੇ ਨੂੰ ਵੀ ਕਿਹਾ ਸਾਨੂੰ ਸਾਡਾ ਸਾਥ ਦੇਣ। ਮੈਂ ਸਮਝਦਾ ਵਾਹਿਗੁਰੂ ਮਿਹਰ ਰੱਖੇ, ਸਾਡੀ ਇਹ ਕੌਮ ਜਿਹੜੀ ਹੈ ਤਰੱਕੀਆਂ ਕਰੇ, ਜਿੱਥੇ ਕੋਈ ਵਸਦਾ ਹੈ ਉਹ ਸੁਖੀ ਵਸੇ, ਵਾਹਿਗੁਰੂ ਉਹਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਇਹ ਜਿਹੜਾ ਸਾਡੀਆਂ ਜਥੇਬੰਦੀਆਂ ਨੇ, ਇਹਨਾਂ ਨੂੰ ਵੀ, ਸਾਨੂੰ ਸਭ ਨੂੰ ਸੁਧ ਬੁੱਧੀ ਸਮੱਤ ਬਖਸ਼ੇ, ਸਰਕਾਰ ਨੂੰ ਵੀ ਸੁਧ ਬੁੱਧੀ ਸਮੱਤ ਬਖਸ਼ੇ, ਤਾਂ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਇਹੋ ਜਿਹੇ ਮਸਲੇ ਹੱਲ ਕਰਕੇ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਸਰ ਸਾਹਿਬ, ਅਸੀਂ ਆਸ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਤੁਹਾਡੇ ਹੱਥ ਵਿੱਚ ਵੀ ਹੈ ਅਤੇ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਜਿਹੜੀ ਆ ਇੱਕ ਦੂਜੇ ਨਾਲ ਟੇਬਲ ਤੇ ਬੈਠ ਕੇ ਇਹ ਬਹੁਤ ਜਲਦੀ ਦਿਨ ਦੂਰ ਨਹੀਂ, ਸਾਨੂੰ ਇੰਤਜ਼ਾਰ ਦੀ ਘੜੀਆਂ ਖਤਮ ਤੁਸੀਂ ਕਰ ਦਿਵੋ, ਤੁਹਾਡੀਆਂ ਸੋਚਾਂ ਵਿੱਚ ਪਰਿਵਰਤਨ ਆਵੇ, ਤਾਂ ਕਿ ਦੇਸ਼ ਸਾਡਾ ਮਹਾਨ ਹੈ, ਮਹਾਨ ਹੀ ਰਹੇਗਾ। ਹਿੰਦੁਸਤਾਨ ਜਿੰਦਾਬਾਦ, ਜੈ ਜਵਾਨ, ਜੈ ਕਿਸਾਨ, ਭਾਰਤ, ਜੈ ਹਿੰਦ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।